गिनती 21:5। पढ़ दूं। ਸੋ ਪ੍ਰਜਾ ਯਹੋਵਾ ਦੇ ਵਿਰੁੱਧ ਅਤੇ ਮੂਸਾ ਦੇ ਵਿਰੁੱਧ ਬੋਲੀ, ਕਈ ਤੁਸੀਂ ਕਿਉਂ ਸਾਨੂੰ ਮਿਸਰ ਤੋਂ ਉਤਾਰ ਲੈ ਆਏ ਤਾਂ ਜੋ ਅਸੀਂ ਉਜਾੜ ਵਿੱਚ ਮਰੀਏ। ਇੱਥੇ ਨਾ ਰੋਟੀ ਹੈ ਨਾ ਪਾਣੀ ਹੈ, ਸਾਡੀਆਂ ਜਾਨਾਂ ਇਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ। अगली पढ़ दूं। ਤਾਂ ਯਹੋਵਾ ਨੇ ਪ੍ਰਜਾ ਵਿੱਚ ਅਗਨੀ ਸੱਪ ਘੱਲੇ ਅਤੇ ਉਹਨਾਂ ਨੇ ਲੋਕਾਂ ਨੂੰ ਦੱਸਿਆ, ਤਾਂ ਇਸਰਾਈਲੀਆਂ ਵਿੱਚੋਂ ਬਹੁਤ ਲੋਕ ਮਰ ਗਏ। ਫਿਰ ਪ੍ਰਜਾ ਨੇ ਮੂਸਾ ਕੋਲ ਆਣ ਕੇ ਆਖਿਆ, ਅਸਾਂ ਪਾਪ ਕੀਤਾ ਜੋ ਅਸੀਂ ਤੇਰੇ ਵਿਰੁੱਧ ਅਤੇ ਯਹੋਵਾ ਦੇ ਵਿਰੁੱਧ ਬੋਲੇ। हालेलुया हालेलुया ਇਹਦੇ ਵਿੱਚ ਪੜਿਆ ਸੀ ਗਿਣਤੀ 21:5 ਤੋਂ ਪੜਿਆ ਆ ਕਿ ਸੋ ਪ੍ਰਜਾ ਯਹੋਵਾ ਦੇ ਵਿਰੁੱਧ ਅਤੇ ਮੂਸਾ ਦੇ ਵਿਰੁੱਧ ਬੋਲੀ। ਜਿਹੜੀ ਪ੍ਰਜਾ ਹੀ ਮੂਸਾ ਦੇ ਕੋਲ ਜਦ ਪਰਮੇਸ਼ਰ ਨੇ ਪ੍ਰਜਾ ਦਿੱਤੀ, ਲੋਕ ਦਿੱਤੇ, ਇਸਰਾਈਲੀ ਲੋਕ ਦਿੱਤੇ, 32 ਲੱਖ ਲੋਕ ਜਿਹੜੇ ਮੂਸਾ ਦੇ ਅੰਡਰ ਪਰਮੇਸ਼ਰ ਨੇ ਕੀਤੇ ਸੀ, ਉਹ ਸਾਰੇ ਲੋਕ ਮੂਸਾ ਦੇ ਵਿਰੁੱਧ ਤੇ ਪਰਮੇਸ਼ਰ ਦੇ ਵਿਰੁੱਧ ਕੀ ਕੀਤਾ? ਉਹਨਾਂ ਨੇ ਬੋਲੇ। ਹਾਲੇਲੂਇਆ ਹਾਲੇਲੂਇਆ। ਪਰਮੇਸ਼ਰ ਯਹੋਵਾ ਦੇ ਵਿਰੁੱਧ ਤੇ ਮੂਸਾ ਦੇ ਵਿਰੁੱਧ ਬੋਲੀ ਪ੍ਰਜਾ, ਭਈ ਤੁਸੀਂ ਕਿਉਂ ਸਾਨੂੰ ਮਿਸਰ ਤੋਂ ਤਾਂ ਲੈ ਆਏ ਤਾਂ ਜੋ ਅਸੀਂ ਉਜਾੜ ਵਿੱਚ ਮਰੀਏ। ਕਹਿੰਦੇ ਇੱਥੇ ਨਾ ਰੋਟੀ ਆ ਤੇ ਨਾ ਪਾਣੀ ਆ, ਸਾਡੀਆਂ ਜਾਨਾਂ ਨਿਕੰਮੀ ਰੋਟੀ ਤੋਂ ਅੱਕ ਗਈਆਂ। ਹਾਲੇਲੂਇਆ ਹਾਲੇਲੂਇਆ। ਵੇਖੋ 32 ਲੱਖ ਲੋਕ ਜਿਹੜੇ ਸੀ ਉਹ ਕੀ ਕਹਿਣ ਲੱਗੇ? ਮੂਸਾ ਨੂੰ, ਪਰਮੇਸ਼ਰ ਦੇ ਦਾਸ ਨੂੰ ਤੇ ਪਰਮੇਸ਼ਰ ਦੇ ਅੱਗੇ ਬੁੜਬੁੜਾਉਣ ਲੱਗੇ, ਬੋਲਣ ਲੱਗੇ ਕਿ ਤੁਸੀਂ ਸਾਨੂੰ ਐਵੇਂ ਮਿਸਰ ਤੋਂ ਕੱਢ ਲਿਆਂਦਾ ਹੈ। ਮਿਸਰ ਜਿਹੜਾ ਪਾਪ ਦਾ ਨਾਲ ਭਰਿਆ, ਜਿੱਥੇ ਉਹਨਾਂ ਗੁਲਾਮੀ ਵਿੱਚ ਲੋਕ ਪਏ ਸੀ, ਹੁਣ ਉਹੀ ਲੋਕ ਕਹਿੰਦੇ ਸਾਨੂੰ ਉਸ ਗੁਲਾਮੀ ਵਿੱਚੋਂ, ਪਾਪ ਵਿੱਚੋਂ, ਗੁਨਾਹਾਂ ਵਿੱਚੋਂ ਕਿਉਂ ਕੱਢ ਲਿਆਏ? ਕਹਿੰਦੇ ਇੱਥੇ ਇਹ ਰੋਟੀ ਸਾਨੂੰ ਜਿਹੜੀ ਮਿਲਦੀ ਪਈ, ਇਹ ਰੋਟੀ ਨੂੰ ਖਾ ਕੇ ਅਸੀਂ ਅੱਕ ਗਏ ਆ। ਤੇ ਕਿਹੜੀ ਰੋਟੀ ਕਹਿੰਦੇ ਪਏ ਆ? ਨਿਕੰਮੀ ਰੋਟੀ। ਹਾਲੇਲੂਇਆ। ਕਹਿੰਦੇ ਨਿਕੰਮੀ ਰੋਟੀ ਨੂੰ ਖਾ ਕੇ ਅਸੀਂ ਅੱਕ ਗਏ ਆ। ਜਦੋਂ ਉਹਨਾਂ ਨੇ ਪਰਮੇਸ਼ਰ ਦੇ ਖਿਲਾਫ ਤੇ ਪਰਮੇਸ਼ਰ ਦੇ ਦਾਸ ਦੇ ਖਿਲਾਫ ਬੁੜਬੁੜਾਏ ਤਾਂ ਯਹੋਵਾ ਨੇ ਪ੍ਰਜਾ ਵਿੱਚ ਅਗਨੀ ਸੱਪ ਘੱਲੇ। ਪਰਮੇਸ਼ਰ ਨੇ ਕੀ ਘੱਲਿਆ? ਫਿਰ ਸੱਪ, ਵਿਸ਼ ਵਾਲੇ, ਜ਼ਹਿਰ ਵਾਲੇ ਸੱਪ ਘੱਲੇ ਪਰਮੇਸ਼ਰ ਨੇ, ਅਤੇ ਉਹਨਾਂ ਨੇ ਲੋਕਾਂ ਨੂੰ ਦੱਸਿਆ ਤਾਂ ਇਸਰਾਈਲੀਆਂ ਵਿੱਚੋਂ ਬਹੁਤ ਲੋਕ ਮਰ ਗਏ। ਜਦੋਂ ਲੋਕ ਪਰਮੇਸ਼ਰ ਦੇ ਦਾਸ ਦੇ ਥਰੂ ਤੇ ਪਰਮੇਸ਼ਰ ਦੇ ਵਿਰੁੱਧ ਬੋਲਣ ਲੱਗੇ, ਪਰਮੇਸ਼ਰ ਨੇ ਕੀ ਕੀਤਾ? ਸੱਪ ਘੱਲੇ। ਇਹੋ ਜਿਹੇ ਸੱਪ, ਜ਼ਹਿਰੀਲੇ ਦੱਸਣ ਵਾਲੇ ਸੱਪ ਭੇਜੇ ਪਰਮੇਸ਼ਰ ਨੇ। ਹਾਲੇਲੂਇਆ ਹਾਲੇਲੂਇਆ। ਜਦੋਂ ਲੋਕ ਇੱਕ ਤਾਨੇ ਮਾਰਦੇ ਪਏ, ਬੁੜਬੁੜਾਉਂਦੇ ਪਏ, ਦੋਸ਼ ਲਾਉਂਦੇ ਪਏ, ਗੱਲਾਂ ਕਰਦੇ ਪਏ ਕਿ ਪਰਮੇਸ਼ਰ ਸਾਨੂੰ ਨਿਕੰਮੀ ਰੋਟੀ ਤੂੰ ਦਿੱਤੀ ਆ। ਮੂਸਾ ਨੂੰ ਕਹਿੰਦੇ ਸਾਨੂੰ ਨਿਕੰਮੀ ਰੋਟੀ ਤੂੰ ਦਿੱਤੀ ਆ। ਹਾਲੇਲੂਇਆ ਹਾਲੇਲੂਇਆ। ਜਿਹੜਾ ਮੂਸਾ ਹੀ ਪਰਮੇਸ਼ਰ ਦਾ ਦਾਸ ਸੀ, ਉਹ ਕੋਈ ਵੱਖਰੀ ਰੋਟੀ ਖਾਂਦਾ ਪਿਆ ਸੀ? ਉਹ ਵੀ ਉਹੀ ਰੋਟੀ ਖਾਂਦਾ ਪਿਆ ਸੀ। ਸ਼ੁਕਰ ਨਹੀਂ ਕਰਦੇ ਪਰਮੇਸ਼ਰ ਦਾ ਕਿ ਸਾਨੂੰ ਨਾ ਕੋਈ ਮਿਹਨਤ ਕਰਨੀ ਪੈ ਰਹੀ ਆ, ਨਾ ਕੋਈ ਕੰਮ ਕਰਨਾ ਪੈ ਰਿਹਾ, ਨਾ ਅਨਾਜ ਉਗਾਉਣਾ ਪੈ ਰਿਹਾ, ਨਾ ਵੱਢਣਾ ਪੈ ਰਿਹਾ, ਨਾ ਵਾਢੀ, ਨਾ ਖੇਤੀ, ਨਾ ਪਾਣੀ, ਨਾ ਹੱਲ, ਕੁਛ ਨਹੀਂ ਕਰਨਾ ਪੈ ਰਿਹਾ। ਫਿਰ ਵੀ ਲੋਕਾਂ ਨੂੰ ਫ੍ਰੀ ਦੀ ਰੋਟੀ ਮਿਲਦੀ ਪਈ, ਬਿਨਾਂ ਮਿਹਨਤ ਕੀਤਿਆਂ। ਹਾਲੇਲੂਇਆ। ਪਰਮੇਸ਼ਰ ਆਕਾਸ਼ ਤੋਂ ਮੰਨਾ ਸੁੱਟਦੇ, ਰੋਜ਼ ਮੰਨੇ ਨੂੰ ਇਕੱਠਾ ਕਰਦੇ ਤੇ ਰੋਟੀ ਉਹਦੀ ਬਣਾਉਂਦੇ ਤੇ ਖਾਂਦੇ। ਫ੍ਰੀ ਦੀ ਰੋਟੀ, ਬਿਨਾਂ ਮਿਹਨਤ ਤੋਂ ਉਹਨਾਂ ਨੂੰ ਰੋਟੀ ਮਿਲਦੀ ਪਈ, ਫਿਰ ਵੀ ਪਰਮੇਸ਼ਰ ਨੂੰ ਬੁੜਬੁੜਾਉਂਦੇ ਆ ਕਿ ਤੂੰ ਸਾਨੂੰ ਨਿਕੰਮੀ ਰੋਟੀ ਦਿੱਤੀ ਆ, ਖਾ ਖਾ ਕੇ ਅਸੀਂ ਕੀ ਹੋ ਗਏ ਆ? ਅੱਕ ਗਏ ਆ। ਜਦੋਂ ਇੱਥੇ ਪਰਮੇਸ਼ਰ ਦੇ ਘਰ ਲੰਗਰ ਲੱਗਦਾ ਆ, ਪੂਰੇ ਮੰਥ ਬਾਅਦ, ਪਿਛਲੀ ਵਾਰੀ ਵੀ ਲੱਗਾ, ਕਿ ਅਸੀਂ ਵੀ ਉਹੀ ਲੰਗਰ ਖਾਦਾ ਜੋ ਤੁਸੀਂ ਖਾਦਾ, ਕਿ ਸਾਨੂੰ ਕੁਝ ਹੋਰ ਵੱਖਰੇ ਪਦਾਰਥ ਮਿਲੇ। ਉਹੀ ਖਾਦਾ ਜੋ ਤੁਸੀਂ ਖਾਦਾ, ਉਹੀ ਅਸੀਂ ਖਾਦਾ। ਇਸ ਤਰ੍ਹਾਂ ਹੀ ਮੂਸਾ ਵੀ ਜੋ ਖਾਂਦਾ ਹੈ ਉਹੀ ਪ੍ਰਜਾ ਖਾਂਦੀ, ਜੋ ਪ੍ਰਜਾ ਖਾਂਦੀ ਉਹੀ ਮੂਸਾ ਖਾਂਦਾ। ਮੂਸਾ ਕੁਝ ਵੀ ਉਹਨਾਂ ਨੂੰ ਅਲੱਗ ਕਰਕੇ ਨਹੀਂ ਖਾਂਦਾ। ਫਿਰ ਵੀ ਮੂਸਾ ਨੂੰ ਕੀ ਬੋਲਦੇ ਪਏ ਆ? ਉਹਦੇ ਵਿਰੁੱਧ ਬੁੜਬੁੜਾਉਂਦੇ ਪਏ ਆ, ਉਹਨੂੰ ਤੰਗ ਕਰਦੇ ਪਏ, ਉਹਨੂੰ ਸਤਾਉਂਦੇ ਪਏ ਆ, ਉਹਨੂੰ ਦੁਖੀ ਕਰਦੇ ਪਏ ਆ ਕਿ ਤੂੰ ਸਾਨੂੰ ਨਿਕੰਮੀ ਰੋਟੀ ਦਿੱਤੀ ਆ। ਹਾਲੇਲੂਇਆ ਹਾਲੇਲੂਇਆ। ਇਸ ਤਰ੍ਹਾਂ ਅੱਜ ਕੱਲ੍ਹ ਦੇ ਬੜੇ ਮਸੀਹੀ ਲੋਕ ਆ, ਬੜੇ ਇਹੋ ਜਿਹੇ ਮਸੀਹੀ ਲੋਕ ਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਇੰਨੀਆਂ ਸਾਰੀਆਂ ਬਰਕਤਾਂ ਦਿੱਤੀਆਂ ਆ, ਜਿਨ੍ਹਾਂ ਨੂੰ ਪਰਮੇਸ਼ਰ ਨੇ ਇੰਨੀਆਂ ਸਾਰੀਆਂ ਆਸ਼ੀਸ਼ਾਂ ਦਿੱਤੀਆਂ ਆ। ਬੀਤੇ ਸਮੇਂ ਨੂੰ ਜੇ ਅਸੀਂ ਯਾਦ ਕਰੀਏ ਤੇ ਯਾਦ ਕਰੀਏ, ਧਿਆਨ ਮਾਰੀਏ, ਕਿੱਥੇ ਸੀ ਸਾਡਾ ਜੀਵਨ, ਕਿਸ ਤਰ੍ਹਾਂ ਦਾ ਸੀ, ਸਾਡਾ ਹਾਲਾਤ ਕਿਸ ਤਰ੍ਹਾਂ ਦਾ ਸੀ। ਸਾਨੂੰ ਬੜਾ ਕੁਝ ਨਹੀਂ ਮਿਲਿਆ, ਪਰ ਅੱਜ ਪਰਮੇਸ਼ਰ ਚਾਹ ਕੇ ਪ੍ਰਭੂ ਨੇ ਸਾਨੂੰ ਬਹੁਤ ਕੁਝ ਦਿੱਤਾ ਆ। ਸਭ ਤੋਂ ਵੱਡੀ ਗੱਲ, ਪਰਮੇਸ਼ਰ ਨੇ ਸਾਨੂੰ ਮੁਫਤ ਵਿੱਚ ਧਰਮੀ ਠਹਿਰਾਇਆ ਆ। ਹਾਲੇਲੂਇਆ। ਇਸ ਤੋਂ ਬਾਅਦ ਪਰਮੇਸ਼ਰ ਕੀ ਕਰੇ? ਪਰਮੇਸ਼ਰ ਨੇ ਸਾਡੇ ਪਾਪਾਂ ਨੂੰ, ਗੁਨਾਹਾਂ ਨੂੰ ਮਾਫ ਕੀਤਾ ਆ, ਤਾਂ ਅਸੀਂ ਫੇਰ ਵੀ ਨਿੱਕੀਆਂ ਨਿੱਕੀਆਂ ਗੱਲਾਂ ਦੇ ਲਈ ਪਰਮੇਸ਼ਰ ਦੇ ਅੱਗੇ ਤਾਨੇ ਮਾਰਦੇ ਆ, ਪਰਮੇਸ਼ਰ ਨੂੰ ਬੁੜਬੁੜਾਉਂਦੇ ਆ। ਹਾਲੇਲੂਇਆ ਹਾਲੇਲੂਇਆ। ਅਸੀਂ ਫੇਰ ਵੀ ਬੁੜਬੁੜਾਉਂਦੇ। ਬਹੁਤ ਸਾਰੇ ਮਸੀਹੀ ਲੋਕ ਕਹਿੰਦੇ ਆ ਮੈਨੂੰ ਤੇ ਆਹ ਪ੍ਰੋਬਲਮ ਆ, ਮੇਰੀ ਤੇ ਗਰੀਬੀ ਨਹੀਂ ਜਾਂਦੀ, ਮੇਰਾ ਤੇ ਕਰਜ਼ਾ ਨਹੀਂ ਉਤਰਦਾ, ਮੇਰਾ ਤੇ ਘਰ ਨਹੀਂ ਬਣਦਾ, ਸਾਨੂੰ ਤੇ ਖਾਣ ਲਈ ਵਧੀਆ
ਚੀਜ਼ਾਂ ਨਹੀਂ ਮਿਲਦੀਆਂ, ਉਹ ਲੋਕੀ ਵਧੀਆ ਕੱਪੜੇ ਪਾਉਂਦੇ, ਸਾਡੇ ਕੋਲ ਵਧੀਆ ਕੱਪੜੇ ਨਹੀਂ ਹੈਗੇ ਵੀ, ਬਹੁਤ ਸਾਰੀਆਂ ਸ਼ਿਕਾਇਤਾਂ ਪਰਮੇਸ਼ਰ ਨੂੰ ਕਰਦੇ ਆ। ਪਰ ਉਹ ਲੋਕ ਇਹ ਨਹੀਂ ਵੇਖਦੇ ਕਿ ਵੇਖੋ ਜਿਨ੍ਹਾਂ ਲੋਕਾਂ ਕੋਲ ਕੁਝ ਨਹੀਂ ਹੈਗਾ ਉਹਨਾਂ ਲੋਕਾਂ ਵੱਲ ਵੇਖੋ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਹਮੇਸ਼ਾ ਇਸ ਤਰ੍ਹਾਂ ਹੀ ਸਿਖਾਉਣਾ ਚਾਹੁੰਦੇ ਆ ਕਿ ਆਪਣੇ ਤੋਂ ਨੀਵੇਂ ਵੱਲ ਨੂੰ ਵੇਖੋ, ਆਪਣੇ ਤੋਂ ਉੱਚੇ ਵੱਲ ਨੂੰ ਨਾ ਵੇਖੋ। ਆਪਣੀ ਜੇ ਤੁਹਾਡੀ ਇੱਕ ਮੰਜ਼ਲੀ ਕੋਠੀ ਆ ਤੇ 3 ਮੰਜ਼ਲੀ ਵੱਲ ਨਾ ਵੇਖੋ। ਹਾਲੇਲੂਇਆ। ਉਹਨਾਂ ਵੱਲ ਵੇਖੋ ਜਿਨ੍ਹਾਂ ਕੋਲ ਇੱਕ ਮੰਜ਼ਲੀ ਵੀ ਨਹੀਂ ਹੈ। ਉਹਨਾਂ ਵੱਲ ਵੇਖੋ ਜਿਹੜੇ ਸੜਕਾਂ ਤੇ ਰਹਿੰਦੇ ਆ। ਉਹਨਾਂ ਵੱਲ ਵੇਖੋ ਜਿਹੜੇ ਤੰਬੂਆਂ 'ਚ ਰਹਿੰਦੇ ਆ। ਉਹਨਾਂ ਨੂੰ ਨਾ ਸੱਪਾਂ ਦਾ ਡਰ ਆ, ਨਾ ਮੀਂਹ ਦਾ, ਨਾ ਕਣੀ ਦਾ, ਨਾ ਚਿੱਕੜ ਦਾ, ਉੱਥੇ ਹੀ ਉਹ ਰਹਿੰਦੇ ਆ ਤੇ ਬੜੀਆਂ ਵਧੀਆ ਤਰੀਕੇ ਨਾਲ ਖੁਸ਼ੀ ਦੇ ਨਾਲ ਰਹਿੰਦੇ ਆ। ਹਾਲੇਲੂਇਆ। ਪਰ ਅੱਜ ਕੱਲ੍ਹ ਦੇ ਮਸੀਹੀ, ਕਿਉਂਕਿ ਉਸ ਸਮੇਂ ਦੀ ਤੋੜ ਚੱਲਦੀ ਆ ਰਹੀ ਆ, ਉਸ ਸਮੇਂ ਇਸਰਾਇਲੀ ਲੋਕ ਜਿਹੜੇ ਬੁੜਬੜਾਏ, ਅੱਜ ਵੀ ਮਸੀਹੀ ਲੋਕ ਬਹੁਤ ਕੁਝ ਮਿਲ ਜਾਣਦੇ ਵੀ ਜਦੋਂ ਕੁਝ ਨਹੀਂ ਨਾ ਕਿਸੇ ਨੂੰ ਮਿਲਦੀ ਉਹਦੇ ਥਰੂ ਵੀ ਬੁੜਬੜਾਉਂਦੇ ਆ। ਹਾਲੇਲੂਇਆ। ਉਹ ਭੁੱਲ ਜਾਂਦੇ ਆ ਕਿ ਪਰਮੇਸ਼ਰ ਨੇ ਸਾਨੂੰ ਕੀ ਕੁਝ ਦਿੱਤਾ ਹੈ। ਉਹ ਚੀਜ਼ਾਂ ਨੂੰ ਭੁੱਲ ਕੇ ਜਿਹੜੀ ਇੱਕ ਨਹੀਂ ਹਲੇ ਤੱਕ ਮਿਲੀ ਉਹ ਚੀਜ਼ ਨੂੰ ਲੈ ਕੇ ਪਰਮੇਸ਼ਰ ਨੂੰ ਤਾਨਾ ਦੱਸਣਾ ਸ਼ੁਰੂ ਕਰ ਦਿੰਦੇ ਆ। ਉਹ ਚੀਜ਼ ਨੂੰ ਲੈ ਕੇ ਪਰਮੇਸ਼ਰ ਦੇ ਦਾਸਾਂ ਨੂੰ ਬੋਲਣਾ ਸ਼ੁਰੂ ਕਰ ਦਿੰਦੇ ਆ। ਹਾਲੇਲੂਇਆ। ਕੀ ਪਤਾ ਜੇ ਪਰਮੇਸ਼ਰ ਨੇ ਚੀਜ਼ ਹਲੇ ਤੱਕ ਰੋਕੀ ਆ ਉਹਦੇ ਵਿੱਚ ਵੀ ਸਾਡਾ ਕੁਝ ਭਲਾ ਹੈ, ਕਿਉਂਕਿ ਪਰਮੇਸ਼ਰ ਸਾਡੇ ਜੀਵਨ 'ਚ ਜੋ ਵੀ ਕਰਦਾ ਕੀ ਕਰਦਾ ਆ, ਚੰਗਾ ਹੀ ਕਰਦਾ ਹੈ, ਵਧੀਆ ਹੀ ਕਰਦਾ ਹੈ। ਹਾਲੇਲੂਇਆ। ਇਹਦਾ ਪੜਿਓ, ਪਰਮੇਸ਼ਰ ਨੇ ਆਪਣੇ ਸੱਪ ਭੇਜੇ ਤੇ ਲੋਕਾਂ ਨੂੰ ਸੱਪਾਂ ਨੇ ਕੀ ਕੀਤਾ, ਦੱਸਿਆ ਤੇ ਉਸ ਇਸਰਾਇਲੀ ਲੋਕਾਂ 'ਚ ਬਹੁਤ ਸਾਰੇ ਲੋਕ ਕੀ ਹੋ ਗਏ, ਮਰ ਗਏ। ਬੇਹੋਸ਼ ਨਹੀਂ ਹੋਏ, ਕੀ ਹੋ ਗਏ, ਮਰ ਗਏ। ਅੱਗੇ ਹੁਣ ਯਹੋਵਾ ਅੱਗੇ ਬੇਨਤੀ ਕਰ ਕਿ ਉਹ ਸਾਥੋਂ ਇਹ ਸੱਪ ਮੋੜ ਲਵੇ। ਸੋ ਮੂਸਾ ਨੇ ਪ੍ਰਜਾ ਲਈ ਬੇਨਤੀ ਕੀਤੀ। ਫਿਰ ਕੀ ਹੋਇਆ, ਉਹੀ ਲੋਕੀ ਆਏ, ਉਹਨਾਂ ਨੇ ਫਿਰ ਪਛਤਾਵਾ ਕੀਤਾ। ਇਸਰਾਇਲੀ ਲੋਕ ਇੰਨੇ ਢੀਠ ਲੋਕ ਸੀ ਨਾ ਕਿ ਜਿਨ੍ਹਾਂ ਦੇ 10 ਵਿਪੱਤੀਆਂ ਆਈਆਂ। ਹਾਲੇਲੂਇਆ। ਵਾਰ-ਵਾਰ ਵਿਪੱਤੀ ਆਉਂਦੀ, ਵਾਰ-ਵਾਰ ਵਿਪੱਤੀ ਆਉਂਦੀ ਇਹਨਾਂ ਤੇ। ਜਦੋਂ ਵੀ ਗਲਤੀ ਕਰਦੇ ਇਹਨਾਂ ਤੇ ਸਜ਼ਾ ਹੁੰਦੀ ਹੈ, ਮਾਫੀ ਮੰਗਦੇ, ਪਰਮੇਸ਼ਰ ਫਿਰ ਇਹਨਾਂ ਨੂੰ ਕੀ ਕਰ ਦਿੰਦਾ ਹੈ, ਮਾਫ ਕਰਦਾ। ਕਿਉਂਕਿ ਮੂਸਾ ਇਹਨਾਂ ਦੇ ਲਈ ਕੀ ਹੁੰਦਾ ਹੈ, ਤਰਲੇ ਹੁੰਦਾ ਹੈ। ਹਾਲੇਲੂਇਆ। ਵਾਰ-ਵਾਰ ਫਿਰ ਬੁੜਬੁੜਾਉਂਦੇ ਹੀ, ਕੁਛ ਨਾ ਕੁਛ ਕਰਦੇ ਹੀ ਤੇ ਵਾਰ-ਵਾਰ ਇਹਨਾਂ ਤੇ ਸਜ਼ਾਵਾਂ ਆਉਂਦੀਆਂ ਹੀ। ਪਰ ਇੱਥੇ ਫਿਰ ਇਸਰਾਇਲੀ ਲੋਕ ਇੰਨੇ ਢੀਠ ਹੋ ਕੇ ਬੁੜਬੁੜਾਏ ਕਿ ਇਹਨਾਂ 'ਚ ਬਹੁਤ ਸਾਰੇ ਲੋਕ ਮਰ ਗਏ। ਫਿਰ ਪ੍ਰਜਾ ਨੇ ਮੂਸਾ ਕੋਲ ਆਣ ਕੇ ਆਖਿਆ, ਫਿਰ ਇਸਰਾਇਲੀ ਲੋਕ ਮੂਸਾ ਕੋਲ ਆਏ, ਪਰਮੇਸ਼ਰ ਦੇ ਦਾਸ ਕੋਲ ਆਏ। ਹਾਲੇਲੂਇਆ। ਜਦ ਉਹਨਾਂ ਦਾ ਨੁਕਸਾਨ ਹੋਇਆ ਫਿਰ ਇਹ ਪਰਮੇਸ਼ਰ ਦੇ ਕੋਲ ਆਏ ਤੇ ਕੀ ਕਿਹਾ ਉਹਨੇ, ਕਹਿੰਦੇ ਅਸਾਂ ਪਾਪ ਕੀਤਾ। ਕੀ ਕੀਤਾ, ਅਸਾਂ ਪਾਪ ਕੀਤਾ। ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿਹੜਾ ਪਾਪ ਕੀਤਾ ਹੈ। ਕਿਹੜਾ ਪਾਪ ਕੀਤਾ ਇਹਨਾਂ ਨੇ, ਪਰਮੇਸ਼ਰ ਦੀ ਬਰਕਤ ਨੂੰ ਤੁੱਛ ਜਾਣਿਆ। ਪਰਮੇਸ਼ਰ ਨੇ ਜਿੰਨੀ ਵਧੀਆ ਰੋਟੀ ਇਹਨਾਂ ਨੂੰ ਖਿਲਾਉਂਦਾ ਸੀ, ਰੋਟੀ ਨੂੰ ਨਿਕੰਮੀ ਰੋਟੀ ਕਿਹਾ ਸੀ। ਇਹ ਪਰਮੇਸ਼ਰ ਦੇ ਦਾਸ ਦੇ ਵਿਰੁੱਧ ਬੋਲੇ ਤੇ ਯਹੋਵਾ ਪਰਮੇਸ਼ਰ ਦੇ ਵਿਰੁੱਧ ਬੋਲੇ। ਹਾਲੇਲੂਇਆ। ਇਸ ਕਰਕੇ ਸਾਨੂੰ ਜੋ ਵੀ ਪਰਮੇਸ਼ਰ ਦਿੰਦਾ ਨਾ ਉਹਦੇ ਲਈ ਪਰਮੇਸ਼ਰ ਦਾ ਕੀ ਕਰਿਆ ਕਰੋ, ਧੰਨਵਾਦ ਕਰਿਆ ਕਰੋ। ਤੇ ਪ੍ਰਭੂ ਜਿਸ ਹਾਲ ਵਿੱਚ ਵੀ ਤੂੰ ਰੱਖੇ ਤੁਹਾਡਾ ਕੀ ਹੋਵੇ, ਧੰਨਵਾਦ। ਕਿਉਂਕਿ ਵਚਨ ਵਿੱਚ ਲਿਖਿਆ ਹਰ ਹਾਲ ਵਿੱਚ ਉਹਦਾ ਕੀ ਕਰੋ, ਧੰਨਵਾਦ ਕਰੋ। ਇਸ ਕਰਕੇ ਸਾਨੂੰ ਸਦਾ ਹੀ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ। ਇਹ ਲੋਕ ਸਮਝ ਗਏ ਕਿ ਸਾਡੇ ਕੋਲ ਫੇਰ ਪਾਪ ਹੋਇਆ, ਅਸੀਂ ਤੇਰੇ ਵਿਰੁੱਧ ਤੇ ਯਹੋਵਾ ਦੇ ਵਿਰੁੱਧ ਬੋਲੇ ਆ। ਇਹ ਮੰਨੇ, ਆਪਣੇ ਪਾਪ ਨੂੰ ਮੰਨਿਆ। ਹਾਲੇਲੂਇਆ। ਹਾਲੇਲੂਇਆ। ਅੱਜ ਬਹੁਤ ਸਾਰੇ ਮਸੀਹ ਜਿਨ੍ਹਾਂ ਨੂੰ ਪਰਮੇਸ਼ਰ ਪਹਿਲਾਂ ਉਹ ਹਾਲਾਤਾਂ ਵਿੱਚੋਂ ਕੱਢਦਾ ਆ, ਉਹ ਬੁਰੇ ਹਾਲਾਤਾਂ ਵਿੱਚੋਂ ਕੱਢਦਾ, ਉਹਨਾਂ ਦੇ ਸ਼ਰਾਪ ਤੋੜਦਾ ਆ, ਉਹਨਾਂ ਦੀ ਬਿਮਾਰੀਆਂ ਨੂੰ ਦੂਰ ਕਰਦਾ ਆ, ਉਹਨਾਂ ਦੀਆਂ ਬਰਕਤਾਂ ਨੂੰ ਖੋਲਦਾ ਆ। ਪਰ ਇੱਕ ਸਮਾਂ ਆਉਂਦਾ, ਸਮੇਂ ਚਲਦੇ ਚਲਦੇ ਉਹ ਲੋਕ ਭੁੱਲ ਜਾਂਦੇ ਆ। ਹਾਲੇਲੂਇਆ। ਉਹ ਲੋਕ ਭੁੱਲ ਜਾਂਦੇ ਤੇ ਫਿਰ ਉਹੀ ਪਰਮੇਸ਼ਰ ਨੂੰ, ਪਰਮੇਸ਼ਰ ਦੇ ਦਾਸਾਂ ਨੂੰ ਬੁੜਬੁੜਾਉਣਾ ਕੀ ਕਰ ਦਿੰਦੇ ਆ, ਸ਼ੁਰੂ ਕਰ ਦਿੰਦੇ ਕਿ ਸਾਡੇ ਜੀਵਨ 'ਚ ਆ ਹੋ ਗਿਆ, ਸਾਡੇ ਜੀਵਨ 'ਚ ਆ ਹੋ ਗਿਆ, ਸਾਡੇ ਜੀਵਨ 'ਚ ਉਹ ਹੋ ਗਿਆ। ਹਾਲੇਲੂਇਆ। ਇਹ ਕਹਿਣਗੇ ਦੂਸਰੇ ਚੰਗੇ ਭਲੇ ਤਾਂ ਸਾਨੂੰ ਆ ਪੁੱਛੇ। ਇੱਥੇ ਵੇਖੋ ਲੋਕਾਂ ਨੇ ਕੀ ਕੀਤਾ, ਇਸਰਾਇਲੀ ਲੋਕਾਂ ਨੇ ਪਰਮੇਸ਼ਰ ਦੇ ਖਿਲਾਫ ਕੁਝ ਬੋਲਿਆ। ਇਹਦਾ ਮਤਲਬ ਅਸੀਂ ਵੀ ਕਿਤੇ ਨਾ ਕਿਤੇ ਪਰਮੇਸ਼ਰ ਦੇ ਖਿਲਾਫ ਕੁਝ ਬੋਲਦੇ ਆ, ਪਰਮੇਸ਼ਰ ਦੀ ਦਿੱਤੀ ਹੋਈ ਬਰਕਤ ਨੂੰ ਕੁਝ ਜਾਣਦੇ ਆ। ਇਸ ਕਰਕੇ ਪਰਮੇਸ਼ਰ ਜਿਹਦੇ ਇਹਨਾਂ ਦੇ ਦੱਸਣ ਵਾਲੇ ਸੱਪ ਭੇਜੇ, ਇੱਕ ਸ਼ਰਾਪ ਭੇਜਿਆ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਹੀ ਫਿਰ ਕੁਝ ਮਸੀਹੀ ਲੋਕਾਂ ਦੇ ਦੁਬਾਰਾ ਸਜ਼ਾਵਾਂ ਨੂੰ ਭੇਜਦਾ ਹੈ। ਫਿਰ ਕਈ ਮਸੀਹੀ ਲੋਕ ਇਸ ਤਰ੍ਹਾਂ ਦੇ ਜਿਹੜੇ ਮੰਨ ਜਾਂਦੇ ਆ, ਜਿਹੜੇ ਸਮਝ ਜਾਂਦੇ ਆ ਕਿ ਮੇਰੀ ਆਪਣੀ ਗਲਤੀ ਕਰਕੇ ਮੇਰੇ ਤੇ ਸਜ਼ਾ ਆਈ ਆ, ਮੇਰੇ ਤੇ ਸ਼ਰਾਪ ਆਇਆ ਆ। ਉਹ ਮੰਨ ਜਾਂਦੇ ਕਿ ਇਹ ਪਰਮੇਸ਼ਰ ਮੈਂ ਤੇਰੇ ਵਿਰੁੱਧ ਤੇ ਤੇਰੇ ਦਾਸਾਂ ਦੇ ਵਿਰੁੱਧ ਕੀ ਕੀਤਾ ਆ, ਪਾਪ ਕੀਤਾ। ਜਿਸ ਤਰ੍ਹਾਂ ਉਜਾੜੂ ਪੁੱਤਰ ਮੰਨ ਗਿਆ ਆਪਣੀ ਗਲਤੀ ਨੂੰ, ਕਹਿੰਦਾ ਹੈ ਪਿਤਾ ਮੈਂ ਤੇਰੇ ਵਿਰੁੱਧ ਤੇ ਸਵਰਗ ਦੇ ਪਰਮੇਸ਼ਰ ਦੇ ਵਿਰੁੱਧ ਕੀ ਕੀਤਾ ਆ, ਪਾਪ ਕੀਤਾ ਹੈ। ਹਾਲੇਲੂਇਆ। ਹਾਲੇਲੂਇਆ। ਉਹ ਲੋਕ ਮੰਨ ਜਾਂਦੇ ਆਪਣੀ ਗਲਤੀ ਨੂੰ ਤੇ ਫਿਰ ਪਰਮੇਸ਼ਰ ਉਹਨਾਂ ਨੂੰ ਕੀ ਕਰ ਦਿੰਦਾ, ਮਾਫ ਕਰ ਦਿੰਦਾ ਤੇ ਪਰਮੇਸ਼ਰ ਉਹਨਾਂ ਤੋਂ ਆਪਣੀ ਸਜ਼ਾ ਨੂੰ ਕੀ ਕਰ ਦਿੰਦਾ, ਦੂਰ ਕਰ ਦਿੰਦਾ। ਪਰ ਕਈ ਇਹੋ ਜਿਹੇ ਢੀਠ ਮਸੀਹੀ ਲੋਕ ਜਿਹੜੇ ਆਪਣੀ ਗਲਤੀ ਨੂੰ ਮੰਨਦੇ ਨਹੀਂ ਹਨ।
ਹਾਲੇਲੂਇਆ। ਆਪਣੀ ਗਲਤੀ ਨੂੰ ਮੰਨਦੇ ਨਹੀਂ। ਜਿਹੜਾ ਇਨਸਾਨ ਆਪਣੀ ਗਲਤੀ ਨੂੰ ਕਦੀ ਨਹੀਂ ਮੰਨਦਾ ਉਹ ਕਦੀ ਵੀ ਅੱਗੇ ਵਧ ਨਹੀਂ ਸਕਦਾ। ਪਰ ਬੱਚੇ ਦੇ ਲਿਖਿਆ ਜਿਹੜਾ ਆਪਣੇ ਪਾਪ ਨੂੰ ਮੰਨੇਗਾ ਤੇ ਉਹਨੂੰ ਛੱਡੇਗਾ ਉਹੀ ਅੱਗੇ ਵਧੇਗਾ। ਪਰ ਜਿਹੜਾ ਇਨਸਾਨ ਆਪਣੀ ਗਲਤੀ ਨੂੰ ਜਾਣਦੇ ਹੋਏ ਵੀ ਆਪਣੀ ਗਲਤੀ ਨੂੰ ਕੀ ਨਹੀਂ ਕਰਦਾ, ਮੰਨਦਾ ਹੀ ਨਹੀਂ ਕਿ ਮੈਂ ਗਲਤ ਕੀਤਾ ਹੈ, ਉਹ ਇਨਸਾਨ ਸਭ ਤੋਂ ਵੱਡਾ ਪਾਪੀ ਤੇ ਸਭ ਤੋਂ ਵੱਡਾ ਘਮੰਡੀ ਹੈ। ਹਾਲੇਲੂਇਆ। ਇਸ ਕਰਕੇ ਆਪਣੀ ਗਲਤੀ ਨੂੰ ਮੰਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਲੋਕਾਂ ਨੇ ਆਪਣੀ ਗਲਤੀ ਨੂੰ ਮੰਨਿਆ, ਆਪਣੇ ਪਾਪ ਨੂੰ ਮੰਨਿਆ ਤੇ ਪਰਮੇਸ਼ਰ ਨੇ ਅੱਗੇ ਜਾ ਕੇ ਕੀ ਕੀਤਾ? ਫਿਰ ਅੱਗੇ ਪੜਿਓ। ਯਹੋਵਾ ਨੇ ਮੂਸਾ ਨੂੰ ਆਖਿਆ, ਆਪਣੇ ਲਈ ਇੱਕ ਅਗਨੀ ਸੱਪ ਬਣਾ ਕੇ ਉਹਨੂੰ ਇੱਕ ਡੰਡੇ ਉੱਤੇ ਰੱਖ ਦੇ, ਤਾਂ ਇਹ ਹੋਵੇਗਾ ਕਿ ਜਿਹੜਾ ਦੱਸਿਆ ਜਾਵੇ ਉਹਨੂੰ ਵੇਖ ਕੇ ਜਿਉਂਦਾ ਰਹੇਗਾ। ਹਾਲੇਲੂਇਆ। 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 ਸਮਝ ਲੱਗ ਰਹੀ ਹੈ? ਕੁਐਸਚਨ ਦੀ ਸਮਝ ਲੱਗੀ? ਪਰਮੇਸ਼ਰ ਨੇ ਕਿਹਾ, ਉੱਥੇ ਪਹਿਲਾਂ ਪ੍ਰਭੂ ਨੇ ਕਿਹਾ, ਜਦੋਂ ਬੋਲੇ ਪ੍ਰਭੂ ਨੇ ਕਿਹਾ ਕਿ ਅਗਨੀ ਸੱਪ ਪਰਮੇਸ਼ਰ ਨੇ ਘੱਲੇ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਸੱਪਾਂ ਨੇ ਦੱਸਿਆ ਤੇ ਇਸਰਾਈਲੀ ਲੋਕੀ ਕੀ ਹੋ ਗਏ? ਮਰ ਗਏ। ਫਿਰ ਉਹੀ ਪ੍ਰਜਾ ਨੇ ਆ ਕੇ ਮੂਸਾ ਦੇ ਕੋਲ ਆਣ ਕੇ ਕਿਹਾ, ਸੀ ਪਾਪ ਕੀਤਾ ਤੇਰੇ ਵਿਰੁੱਧ, ਯਹੋਵਾ ਦੇ ਵਿਰੁੱਧ। ਹੁਣ ਯਹੋਵਾ ਦੇ ਅੱਗੇ ਬੇਨਤੀ ਕਰਕੇ ਸੱਪ ਸਾਡੇ ਤੋਂ ਕੀ ਹੋ ਜਾਣਾ? ਮੋੜ ਲਵੇ। ਹਾਲੇਲੂਇਆ। ਸੱਪ ਸਾਡੇ ਤੋਂ ਦੂਰ ਲੈ ਜੇ ਪਰਮੇਸ਼ਰ। ਉਹਨਾਂ ਨੇ ਆ ਕੇ ਕਿਹਨੂੰ ਕਿਹਾ? ਮੂਸਾ ਨੂੰ। ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੂਸਾ ਦੀ ਪਰਮੇਸ਼ਰ ਕੀ ਕਰਦਾ ਆ? ਸੁਣਦਾ ਆ। ਹਾਲੇਲੂਇਆ। ਮੂਸਾ ਨੂੰ ਪਰਮੇਸ਼ਰ ਨੇ ਸਾਡੇ ਦੇ ਉੱਤੇ ਠਹਿਰਾਇਆ ਆ, ਅਸੀਂ ਇਹਦੀ ਅਧੀਨਗੀ ਵਿੱਚ ਰਹਿਣਾ ਹੈ। ਉਹਨਾਂ ਨੇ ਜਾ ਕੇ ਮੂਸਾ ਨੂੰ ਕਿਹਾ ਕਿ ਮੂਸਾ ਸਾਡੇ ਲਈ ਹੁਣ ਕੀ ਕਰ? ਬੇਨਤੀ ਕਰ। ਤਰਲੇ ਪਾਏ ਆ ਕੇ ਆਪਣੇ ਪਾਪ ਨੂੰ ਮੰਨਿਆ ਤੇ ਮੂਸਾ ਨੇ ਵੀ ਕੀ ਕੀਤਾ? ਮੂਸਾ ਨੂੰ ਵੀ ਉਹਨਾਂ ਦੀ ਤਕਲੀਫ ਸੀ। ਹਾਲੇਲੂਇਆ। ਮੂਸਾ ਨੂੰ ਇਹਨਾਂ ਦੀ ਕੀ ਸੀ? ਤਕਲੀਫ ਸੀ ਕਿ ਜਿਹੜੇ ਲੋਕ ਪਰਮੇਸ਼ਰ ਨੇ ਮੈਨੂੰ ਦਿੱਤੇ, ਮੈਂ ਇਹਨਾਂ ਦਾ ਪਾਲਣ ਪੋਸ਼ਣ ਕਰਨਾ ਆ, ਇਹਨਾਂ ਨੂੰ ਨਾਲ ਲੈ ਕੇ ਚੱਲਣਾ ਆ। ਹਾਲੇਲੂਇਆ। ਫਿਰ ਅੱਗੇ ਜਾ ਕੇ ਯਹੋਵਾ ਨੇ ਮੂਸਾ ਨੂੰ ਆਖਿਆ, ਆਪਣੇ ਲਈ ਅਗਨੀ ਸੱਪ ਬਣਾ ਕਿ ਉਹਨੂੰ ਇੱਕ ਡੰਡੇ ਉੱਤੇ ਰੱਖ ਦੇ, ਤਾਂ ਇਹ ਹੋਵੇਗਾ ਕਿ ਜਿਹੜਾ ਦੱਸਿਆ ਜਾਵੇ ਉਹਨੂੰ ਵੇਖ ਕੇ ਜਿਉਂਦਾ ਰਹੇਗਾ। ਪ੍ਰਭੂ ਨੇ ਫਿਰ ਮੂਸਾ ਨੂੰ ਕਿਹਾ, ਇੱਕ ਹੱਲ ਕੱਢਿਆ। ਜਦੋਂ ਮੂਸਾ ਨੇ ਜਾ ਕੇ ਪ੍ਰਜਾ ਦੇ ਕਹਿਣ ਤੇ ਬੇਨਤੀ ਕੀਤੀ, ਫਿਰ ਪ੍ਰਭੂ ਨੇ ਕਿਹਾ ਇੱਕ ਡੰਡਾ ਲੈ ਤੇ ਇੱਕ ਅਗਨੀ ਸੱਪ ਲੈ, ਇੱਕ ਜ਼ਹਿਰੀਲਾ ਜ਼ਹਿਰ ਨਾਲ ਭਰਿਆ ਸੱਪ ਲੈ ਕੇ ਉਹਨੂੰ ਡੰਡੇ ਤੇ ਕੀ ਕਰਦੇ? ਟੰਗ ਦੇ। ਹਾਲੇਲੂਇਆ। ਡੰਡੇ ਤੇ ਕੀ ਕਰਦੇ? ਟੰਗ ਦੇ, ਰੱਖਦੇ ਅਤੇ ਇਹ ਹੋਵੇਗਾ ਕਿ ਜਿਹੜਾ ਦੱਸਿਆ ਜਾਵੇ ਉਹਨੂੰ ਵੇਖ ਕੇ ਜਿਉਂਦਾ ਰਹੇਗਾ। ਕਿ ਜਿਹੜਾ ਪ੍ਰਭੂ ਨੇ ਤੇ ਇਹ ਨਹੀਂ ਕੀਤਾ ਕਿ ਮੈਂ ਸੱਪਾਂ ਨੂੰ ਮੋੜ ਦਵਾਂ। ਹਾਲੇਲੂਇਆ। ਪਰ ਪ੍ਰਭੂ ਨੇ ਉਹਨਾਂ ਦਾ ਹੱਲ ਕੱਢ ਦਿੱਤਾ ਕਿ ਜਿਹੜੇ ਲੋਕ ਵੀ ਦੱਸੇ ਜਾਣਗੇ ਉਹ ਸੱਪਾਂ ਨਾਲ, ਉਹੀ ਲੋਕ ਉਹੀ ਸੱਪ ਦੱਸੇ। ਪ੍ਰਭੂ ਨੇ ਸੱਪਾਂ ਨੂੰ ਦੂਰ ਨਹੀਂ ਕੀਤਾ। ਪ੍ਰਭੂ ਨੇ ਵੇਖਿਆ ਕਰਦੇ ਕੀ ਆ। ਪ੍ਰਭੂ ਨੇ ਸੱਪਾਂ ਨੂੰ ਦੂਰ ਨਹੀਂ ਕੀਤਾ। ਪ੍ਰਭੂ ਨੇ ਕਿਹਾ ਕਿ ਮੂਸਾ ਨੂੰ ਇੱਕ ਸੱਪ ਡੰਡੇ ਤੇ ਜ਼ਹਿਰੀਲਾ ਟੰਗ ਦੇ, ਤੇ ਜਿਹੜੇ ਲੋਕਾਂ ਨੂੰ ਸੱਪ ਦੱਸਣਗੇ ਉਹ ਲੋਕ ਆ ਕੇ ਜਦੋਂ ਉਹ ਵਾਲੇ ਤੇਰੇ ਬਣਾਏ ਹੋਏ ਹੱਥ ਦੇ ਸੱਪ ਨੂੰ ਵੇਖਣਗੇ ਉਹ ਲੋਕ ਕੀ ਹੋ ਜਾਣਗੇ? ਬਚ ਜਾਣਗੇ। ਹਾਲੇਲੂਇਆ। ਕੀ ਹੋ ਜਾਣਗੇ? ਬਚ ਜਾਣਗੇ। ਕੀ ਕਿਹਾ ਪਰਮੇਸ਼ਰ ਨੇ ਸੱਪ ਨੂੰ ਵੇਖਣ ਦੇ ਲਈ? ਕੀ ਕਿਹਾ? ਵੇਖਣ ਦੇ ਲਈ। ਸਿਰਫ ਉਹਦੇ ਵੱਲ ਵੇਖਣਾ ਹੀ ਆ। ਜਿਸ ਤਰ੍ਹਾਂ ਪਰਮੇਸ਼ਰ ਜੋ ਵੀ ਹੁਕਮ ਦਿੰਦੇ ਉਹੀ ਕਰਨਾ ਪੈਂਦਾ ਹੈ। ਜਿਸ ਤਰ੍ਹਾਂ ਮੂਸਾ ਨੇ ਕਿਹਾ ਇੱਕੋ ਵਾਰੀ ਸੋਟੀ ਲਾਉਣੀ, ਮਾਰਨੀ ਨਹੀਂ ਆ। ਹਾਲੇਲੂਇਆ। ਇਸ ਤਰ੍ਹਾਂ ਪਰਮੇਸ਼ਰ ਨੇ ਕਿਹਾ ਸਿਰਫ ਉਹਨਾਂ ਵੱਲ ਵੇਖਣਾ ਹੀ ਆ। ਵੇਖਣਗੇ ਦੱਸੇ ਹੋਏ ਲੋਕ ਤੇ ਜਿਉਂਦੇ ਰਹਿਣਗੇ। ਉਪਰੰਤ ਮੂਸਾ ਨੇ ਇੱਕ ਪਿੱਤਲ ਦਾ ਸੱਪ ਬਣਾ ਕੇ ਉਹਨੂੰ ਡੰਡੇ ਉੱਤੇ ਰੱਖਿਆ। ਮੂਸਾ ਨੇ ਉਸ ਤਰ੍ਹਾਂ ਹੀ ਕਿਹਾ ਜਿਸ ਤਰ੍ਹਾਂ ਪਰਮੇਸ਼ਰ ਨੇ ਉਹਨੂੰ ਕਰਨ ਨੂੰ ਕਿਹਾ। ਹਾਲੇਲੂਇਆ। ਮੂਸਾ ਨੇ ਇੱਕ ਪਿੱਤਲ ਦਾ ਸੱਪ ਬਣਾ ਕੇ ਉਹਨੂੰ ਡੰਡੇ ਉੱਤੇ ਰੱਖਿਆ। ਤਾਂ ਇਹ ਹੋਇਆ ਕਿ ਜਦ ਸੱਪ ਕਿਸੇ ਮਨੁੱਖ ਨੂੰ ਦੱਸਦਾ ਸੀ ਤਾਂ ਉਹ ਪਿੱਤਲ ਦੇ ਸੱਪ ਵੱਲ ਨਿਗਾਹ ਕਰਕੇ ਜਿਉਂਦਾ ਰਹਿੰਦਾ ਸੀ। ਹਾਲੇਲੂਇਆ। ਹਾਲੇਲੂਇਆ। ਇਹ ਸੱਪ ਵੱਲ ਜਦੋਂ ਵੀ ਕੋਈ ਦੱਸਿਆ ਇਨਸਾਨ ਹੁੰਦਾ, ਜਦੋਂ ਉਹਦੇ ਵੱਲ ਵੇਖਦਾ ਹੀ ਤਾਂ ਕੀ ਹੋ ਜਾਂਦਾ ਸੀ? ਜਿਉਂਦਾ ਹੋ ਜਾਂਦਾ ਸੀ। ਹੁਣ ਸੱਪ ਦੇ ਸ਼ਰਾਪੀ ਤੇ ਆ, ਸੱਪ ਦੇ ਖੁਦ ਸ਼ੈਤਾਨ ਆ। ਹਾਲੇਲੂਇਆ। ਇਹ ਜਿਹੜੇ ਸੱਪ ਵੱਲ ਵੇਖ ਕੇ ਠੀਕ ਕਿਉਂ ਨਹੀਂ ਹੁੰਦੇ? ਇੱਕ ਸੱਪ ਦੇ ਦੱਸੇ ਸੱਪ ਵੱਲ ਵੇਖ ਕੇ ਠੀਕ ਕਿਸ ਤਰ੍ਹਾਂ ਹੋ ਰਹੀ? ਪਰ ਪਰਮੇਸ਼ਰ ਨੇ ਜੋ ਆਗਿਆ ਦਿੱਤੀ ਉਹਦੇ ਵਿੱਚ ਪਰਮੇਸ਼ਰ ਦੀ ਕਿਰਪਾ ਹੈ ਕਿ ਪਰਮੇਸ਼ਰ ਇਹ ਤੁਹਾਨੂੰ ਦੇਖਣਗੇ, ਤੱਕਣਗੇ ਤੇ ਕੀ ਹੋ ਜਾਣਗੇ? ਠੀਕ ਹੋ ਜਾਣਗੇ, ਚੰਗੇ ਹੋ ਜਾਣਗੇ, ਬਚ ਜਾਣਗੇ। ਤੇ ਕਿਹੜੀ ਜ਼ਿੰਦਗੀ ਲਈ? ਜਿਹੜੀ ਇਸ ਸੰਸਾਰ ਤੇ ਉਹਨਾਂ ਨੂੰ ਜਿੰਨੀ ਵੀ ਜ਼ਿੰਦਗੀ ਮਿਲੀ, ਪ੍ਰਭੂ ਯਿਸੂ ਮਸੀਹ ਕਹਿੰਦੇ ਉਹ ਮਰਨਗੇ ਨਹੀਂ। ਪਰਮੇਸ਼ਰ ਕਹਿੰਦੇ ਉਹ ਜ਼ਿੰਦਾ ਰਹਿਣਗੇ। ਹਾਲੇਲੂਇਆ। ਪਰਮੇਸ਼ਰ ਨੇ ਸਿਰਫ ਉਹਨਾਂ ਨੂੰ ਕਿਹਾ ਉਹਦੇ ਵੱਲ ਵੇਖਣਾ ਹੀ ਆ। ਨਾ ਪਰਮੇਸ਼ਰ ਨੇ ਕਿਹਾ ਕਿ ਤੁਸੀਂ ਪੂਜਾ ਦੀ ਥਾਲੀ ਲੈ ਕੇ ਜਾਓ, ਨਾ ਪਰਮੇਸ਼ਰ ਨੇ ਕਿਹਾ ਉਹਨਾਂ ਨੂੰ ਧੂਪ ਬੱਤੀ ਚੜਾਓ, ਨਾ ਪਰਮੇਸ਼ਰ ਨੇ ਕਿਹਾ ਫੁੱਲ ਵਾਲਾ, ਨਾ ਨਾਰੀਅਲ, ਕੁਛ ਨਹੀਂ ਚੜਾਉਣਾ। ਨਾ ਤੁਸੀਂ ਉਹਨੂੰ ਗੜਵੰਟ ਕਰਨਾ ਹੈ, ਨਾ ਮੱਥਾ ਟੇਕਣਾ, ਨਾ ਝੁਕਣਾ, ਨਾ ਸਲਾਮਾਂ ਕਰਨੀਆਂ। ਹਾਲੇਲੂਇਆ। ਨਾ ਹੀ ਉਹਨੂੰ ਪੂਜਣਾ ਸ਼ੁਰੂ ਕਰ ਦੇਣਾ ਦੇਵਤਾ ਬਣਾ ਕੇ। ਪਰਮੇਸ਼ਰ ਨੇ ਸਿਰਫ ਕਿਆ ਨੂੰ ਕੀ ਕਰਨਾ ਆ? ਦੇਖਣਾ ਹੀ ਆ। ਕੀ ਕਰਨਾ ਆ? ਦੇਖਣਾ ਹੀ ਆ। ਹਾਲੇਲੂਇਆ। ਸਮਝ ਲੱਗੀ ਨਹੀਂ ਵਚਨ ਦੀ? ਅੱਗੋਂ ਵਚਨ ਬੋਲਾਂਗੇ ਸੀ ਯੂਹੰਨਾ ਦੀ ਅੰਜੀਲ 3 ਅਧਿਆਇ ਉਹਦਾ 14 ਵਚਨ।
यूहन्ना दी अंजील 3 अध्याय ਉਹਦਾ 14 ਵਚਨ। और जिस तरह से मूसा ने जंगल में सांप को ऊंचे पर चढ़ाया, उसी रीति से अवश्य है कि मनुष्य का पुत्र भी ऊंचे पर चढ़ाया जाए। हालेलुया हालेलुया हालेलुया। ਇਹਦਾ ਗੁਰੂ ਪੜੋ 15। जिस तरह मूसा ने उजाड़ विच सप ਨੂੰ ਉੱਚਾ ਕੀਤਾ, ਇਸੇ ਤਰ੍ਹਾਂ ਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਵੀ ਉੱਚਾ ਕੀਤਾ ਜਾਵੇ। ਪਹਿਲਾ ਵਚਨ ਇਹ ਕਿੱਥੋਂ ਪੜਿਆ ਸੀ? ਪੁਰਾਣੇ ਨੇਮ ਚੋਂ। ਬੋਲੋ ਪੁਰਾਣੇ ਨੇਮ ਚੋਂ। ਇਹ ਵਾਲਾ ਵਚਨ ਕਿੱਥੋਂ ਪੜ ਰਹੇ ਆ? ਨਵੇਂ ਨੇਮ ਚੋਂ। ਹਾਲੇਲੂਇਆ ਉੱਥੇ ਕਿਹੜੇ ਸੱਪ ਦੀ ਗੱਲ ਆਈ? ਮੂਸਾ ਦੇ ਸੱਪ ਦੀ ਗੱਲ। ਪਰ ਇੱਥੇ ਕਾਹਦੀ ਗੱਲ ਆ ਗਈ ਆ? ਮਨੁੱਖ ਦੇ ਪੁੱਤਰ ਦੀ ਗੱਲ। ਹਾਲੇਲੂਇਆ ਉਹਦੇ ਮੂਸਾ ਨੇ ਕਿਹਨੂੰ ਤਾਂ ਚੜਾਇਆ ਸੀ? ਸੱਪ ਨੂੰ। ਡੰਡੇ ਦੇ ਉੱਪਰ ਕਿਹਨੂੰ ਚੜਾਇਆ ਸੀ? ਸੱਪ ਨੂੰ। ਪਰ ਇੱਥੇ ਵੇਖਦੇ ਆ, ਇੱਥੇ ਲਿਖਿਆ ਆ ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ, ਇਸੇ ਤਰ੍ਹਾਂ ਜ਼ਰੂਰ ਹੈ ਮਨੁੱਖ ਦਾ ਪੁੱਤਰ ਵੀ ਉੱਚਾ ਕੀਤਾ ਜਾਵੇਗਾ। ਹੁਣ ਪ੍ਰਭੂ ਯਿਸੂ ਮਸੀਹ ਕਿਸ ਤਰ੍ਹਾਂ ਉੱਚੇ ਕੀਤੇ ਗਏ? ਪਹਾੜ ਦੇ ਉੱਪਰ ਇੰਨੇ ਉੱਚੇ ਉਹਨਾਂ ਨੂੰ ਕਰੂਸ ਤੇ ਲਟਕਾਇਆ ਗਿਆ ਕਿ ਸਭ ਲੋਕ ਉਹਨਾਂ ਨੂੰ ਵੇਖ ਸਕਣ, ਸਾਰਿਆਂ ਦਾ ਧਿਆਨ ਉਸ ਕਰੂਸ ਵੱਲ ਜਾ ਸਕੇ। ਹਾਲੇਲੂਇਆ ਹਾਲੇਲੂਇਆ। ਠੀਕ ਹੈ ਭਈ ਜੋ ਕੋਈ ਨਿਸ਼ਚਾ ਕਰੇ ਸੋ ਉੱਚ ਵਿੱਚ ਸੰਦੀਪਕ ਜੀਵਨ ਪ੍ਰਾਪਤ ਕਰੇ। ਹਾਲੇਲੂਇਆ 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 ਹਾਲੇਲੂਇਆ। ਉੱਥੇ ਪਰਮੇਸ਼ਰ ਨੇ ਕਿਹਾ ਹੈ ਮੂਸਾ ਨੂੰ ਕਿ ਜਿਹੜੇ ਲੋਕ ਇਸ ਸੱਪ ਵੱਲ ਵੇਖਣਗੇ, ਇਹ ਜਿਹੜੇ ਡੰਡੇ ਜਿਹੜਾ ਕਰੂਸ ਟੰਗਿਆ ਵੱਲ ਵੇਖਣਗੇ, ਉਹ ਲੋਕ ਬਚ ਜਾਣਗੇ। ਪਰ ਇੱਥੇ ਆ ਕੇ ਪਰਮੇਸ਼ਰ ਨੇ ਕਿਹਾ ਕਿ ਜਿਹੜੇ ਲੋਕ ਉੱਥੇ ਕੀ ਕਰਨਗੇ? ਨਿਸ਼ਚਾ ਕਰਨਗੇ, ਵਿਸ਼ਵਾਸ ਕਰਨਗੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਉਸ ਸਮੇਂ ਉਹ ਸੱਪ ਵੱਲ ਵੇਖਣ ਨਾਲ ਉਹ ਇਸਰਾਈਲੀ ਲੋਕ ਥੋੜੇ ਸਮੇਂ ਦੀ ਜ਼ਿੰਦਗੀ ਨੂੰ ਪਾਉਂਦੇ ਨਹੀਂ। ਹਾਲੇਲੂਇਆ ਹਾਲੇਲੂਇਆ। ਉਸ ਸਮੇਂ ਇਸਰਾਈਲੀ ਲੋਕ ਥੋੜੇ ਸਮੇਂ ਦੀ ਜ਼ਿੰਦਗੀ ਨੂੰ ਪਾਉਂਦੇ, ਸਿਰਫ ਪਰਮੇਸ਼ਰ ਨੇ ਵੇਖਣ ਨੂੰ ਹੀ ਕਿਹਾ ਸੀ। ਪਰ ਇੱਥੇ ਪਰਮੇਸ਼ਰ ਨੇ ਕੱਲਾ ਵੇਖਣ ਨੂੰ ਨਹੀਂ ਕਿਹਾ, ਪਰਮੇਸ਼ਰ ਨੇ ਨਾਲ ਵਿਸ਼ਵਾਸ ਕਰਨ ਨੂੰ ਕਿਹਾ ਆ। ਹਾਲੇਲੂਇਆ 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 ਹਾਲੇਲੂਇਆ। ਉਸ ਸਮੇਂ ਥੋੜੀ ਜ਼ਿੰਦਗੀ ਮਿਲਦੀ ਸੀ, ਲੋਕ ਬਚ ਜਾਂਦੇ ਨੇ ਸੱਪ ਵੱਲ ਵੇਖਣ ਨਾਲ, ਉਸ ਉੱਚੇ ਤੇ ਜਿਹੜਾ ਟੰਗਿਆ ਉਸ ਵੱਲ ਵੇਖਣ ਨਾਲ। ਪਰ ਅੱਜ ਜਿਹੜੇ ਉੱਚੇ ਤੇ ਟੰਗਿਆ ਜਿਹੜੇ ਕਰੂਸ ਵੱਲ ਵੇਖਣ ਦੇ ਨਾਲ ਅਸੀਂ ਕੱਲਾ ਵੇਖਣਾ ਹੀ ਨਹੀਂ, ਉੱਤੇ ਵਿਸ਼ਵਾਸ ਕਰਨਾ ਆ। ਉਹ ਥੋੜੇ ਸਮੇਂ ਦੀ ਜ਼ਿੰਦਗੀ ਦਿੰਦਾ ਹੈ, ਪਰ ਇਹਦੇ ਵੱਲ ਵੇਖਣ ਨਾਲ, ਇਹਦੇ ਤੇ ਵਿਸ਼ਵਾਸ ਕਰਨ ਦੇ ਨਾਲ ਸਾਨੂੰ ਥੋੜੇ ਸਮੇਂ ਦੀ ਜ਼ਿੰਦਗੀ ਨਹੀਂ, ਸਾਨੂੰ ਅਨੰਤ ਜੀਵਨ ਮਿਲ ਗਿਆ ਆ। ਵੇਖੋ ਸੱਪ ਵੱਲ ਵੇਖਣ ਨਾਲ ਲੋਕ ਬਚਦੇ ਹੀ, ਮਰਦੇ ਨਹੀਂ। ਪਰ ਪਰਮੇਸ਼ਰ ਨੇ ਅੱਜ ਉਹ ਕਰੂਸ ਸਾਡੇ ਅੱਗੇ ਲਿਆ ਕੇ ਖੜਾ ਕਰ ਦਿੱਤਾ, ਜਿਹੜੇ ਕਰੂਸ ਵੱਲ ਵੇਖ ਕੇ ਕੱਲਾ ਇਸ ਜੀਵਨ ਵਿੱਚ ਹੀ ਨਹੀਂ ਬਚਦੇ ਹੀ, ਅਸੀਂ ਸਦਾ ਦੇ ਲਈ ਬਚ ਜਾਂਦੇ ਆ। ਬਚ ਜਾਣੇ ਕੀ ਬਚ ਗਏ ਆ। ਬੋਲੋ ਆਮੀਨ ਆਮੀਨ ਆਮੀਨ। ਵਿਸ਼ਵਾਸ ਨਾਲ ਬੋਲੋ ਅਸੀਂ ਬਚ ਗਏ ਆ। ਹਾਲੇਲੂਇਆ ਹਾਲੇਲੂਇਆ। ਵੇਖੋ ਕਰੂਸ ਦੇ ਵੱਲ ਵੇਖਣ ਨਾਲ, ਵਿਸ਼ਵਾਸ ਕਰਨ ਦੇ ਨਾਲ ਅਸੀਂ ਕੀ ਹੋ ਗਏ ਆ? ਬਚ ਗਏ ਆ। ਉਸ ਸੱਪ ਨਾਲ ਜੇ ਜ਼ਿੰਦਗੀ ਮਿਲ ਸਕਦੀ ਸੀ ਤੇ ਪ੍ਰਭੂ ਯਿਸੂ ਮਸੀਹ ਦੇ ਏਡੇ ਵੱਡੇ ਬਲੀਦਾਨ ਨਾਲ ਸਦਾ ਦੀ ਜ਼ਿੰਦਗੀ ਕਿਉਂ ਨਹੀਂ ਮਿਲ ਸਕਦੀ? ਪਰ ਮਿਲੂਗੀ ਉਹਨੂੰ ਹੀ ਜਿਹੜਾ ਵੇਖੂਗਾ, ਤੱਕੂਗਾ ਤੇ ਵਿਸ਼ਵਾਸ ਵੀ ਕਰੂਗਾ। ਕਿਉਂਕਿ ਜ਼ਬੂਰਾਂ ਦੀ ਪੋਥੀ ਵਿੱਚ ਲਿਖਿਆ ਹੈ ਜਿੰਨੇ ਉਹਦੇ ਵੱਲ ਤੱਕਦੇ ਨੇ ਉਹਨਾਂ ਦਾ ਮੂੰਹ ਕਦੀ ਵੀ ਸ਼ਰਮਿੰਦਾ ਨਹੀਂ ਹੋਵੇਗਾ। ਤੇ ਜੇ ਅਸੀਂ ਪਰਮੇਸ਼ਰ ਵੱਲ ਤੱਕਦੇ ਰਹੀਏ, ਪ੍ਰਭੂ ਯਿਸੂ ਮਸੀਹ ਵੱਲ ਤੱਕਦੇ ਰਹੀਏ, ਤੇ ਕੀ ਅਸੀਂ ਸ਼ਰਮਿੰਦਾ ਹੋਵਾਂਗੇ? ਜੇ ਅਸੀਂ ਅੱਜ ਸ਼ਰਮਿੰਦਾ ਕਿਸੇ ਨਾਲ ਕਿਸੇ ਗੱਲ ਤੋਂ ਹੋ ਰਹੇ ਆ, ਇਹਦਾ ਮਤਲਬ ਕਿ ਜਿਹੜਾ ਕਿਸੇ ਆਪਣੀ ਤੱਕ ਨੂੰ ਉਹੀ ਕੀ ਕਰ ਲਿਆ? ਇੱਧਰ ਉੱਧਰ ਫੇਰ ਗਿਆ ਹੈ। ਪਰਮੇਸ਼ਰ ਨੂੰ ਛੱਡ ਕੇ ਹੀ ਇੱਧਰ ਉੱਧਰ ਵੇਖਣਾ ਸ਼ੁਰੂ ਕਰ ਦਿੱਤਾ ਹੈ। ਹਾਲੇਲੂਇਆ ਹਾਲੇਲੂਇਆ। ਪ੍ਰਭੂ ਦਾ ਵਚਨ ਸੱਚਾ ਆ, ਝੂਠੇ ਅਸੀਂ ਲੋਕ ਆ। ਪਰਮੇਸ਼ਰ ਸੱਚਾ ਆ, ਦਾ ਵਚਨ ਕੀ ਆ? ਸੱਚਾ ਆ। ਪਰਮੇਸ਼ਰ ਕਹਿੰਦੇ ਜਿੰਨੇ ਉਹਦੇ ਵੱਲ ਤੱਕਣਗੇ ਉਹ ਕਦੀ ਵੀ ਸ਼ਰਮਿੰਦਾ ਨਹੀਂ ਹੋਣਗੇ, ਤੇ ਜਿਹੜੇ ਉੱਤੇ ਵਿਸ਼ਵਾਸ ਕਰਨਗੇ ਉਹ ਸਦਾ ਦਾ ਜੀਵਨ ਪਾਉਣਗੇ। ਇਹਦਾ 16 ਵਚਨ ਵੀ ਪੜ੍ਹਿਓ। ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਤਾਂ ਜੋ ਹਰ ਇੱਕ ਜੋ ਉਸ ਉੱਤੇ ਨਿਸ਼ਚਾ ਕਰੇ ਨਾਸ਼ ਨਾ ਹੋਵੇ ਪਰ ਸੰਦੀਪਕ ਜੀਵਨ ਪਾਵੇ। ਪਰਮੇਸ਼ਰ ਕਹਿੰਦੇ ਜਗਤ ਨਾਲ ਕਿਹੋ ਜਿਹਾ ਪਿਆਰ ਕੀਤਾ? ਅਜਿਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ। ਹਾਲੇਲੂਇਆ ਪ੍ਰਭੂ ਸਮੇਂ ਤੇ ਆਪਣੇ ਲੋਕਾਂ ਲਈ ਕੀ ਕਰਦਾ ਹੈ? ਇੰਤਜ਼ਾਮ ਕਰਦਾ। ਜੋ ਸਮੇਂ ਪ੍ਰਭੂ ਨੇ ਉਹ ਜੀਵਨ ਬਚਾਉਣ ਦੇ ਲਈ ਇੰਨਾ ਵੱਡਾ ਇੰਤਜ਼ਾਮ ਕਰਕੇ ਦਿੱਤਾ। ਕਿੰਨੇ ਲੋਕਾਂ ਲਈ? 32 ਲੱਖ। ਉਹ ਤੋਂ 32 ਲੱਖ। ਕਿੰਨੇ ਲੋਕਾਂ ਲਈ? 32 ਲੱਖ। ਤੇ ਅੱਜ ਕਿੰਨੇ ਲੱਖ ਆ? ਕੋਈ ਹਿਸਾਬ ਹੀ ਨਹੀਂ। ਮਸੀਹਾਂ ਦੀ ਕੋਈ ਗਿਣਤੀ ਹੈਗੀ? ਹਾਲੇਲੂਇਆ ਉਹ ਸਮੇਂ ਮੂਸਾ ਦੇ ਦੁਆਰਾ ਪਰਮੇਸ਼ਰ ਨੇ ਸੱਪ ਨੂੰ ਜੇ ਟੰਗਿਆ, ਕਿੰਨੇ ਲੋਕਾਂ ਦੇ ਲਈ? 32 ਲੋਕਾਂ ਲਈ। ਪਰ ਅੱਜ ਦੇ ਪ੍ਰਭੂ
ਯਿਸੂ ਮਸੀਹ ਨੇ ਜਾਨ ਦਿੱਤੀ ਨਾ, ਉਹ ਸਭ ਤੋਂ ਹਜ਼ਾਰਾਂ ਕਰੋੜਾਂ ਗੁਣਾ ਉੱਤਮ ਆ। ਸਾਰੀ ਦੁਨੀਆ ਦੇ ਲਈ ਪਰਮੇਸ਼ਰ ਨੇ ਜਾਨ ਦਿੱਤੀ ਆ। ਜਿਹੜਾ ਤੇ ਵੇਖੇਗਾ, ਜਿਹੜਾ ਵਿਸ਼ਵਾਸ ਕਰੇਗਾ, ਸਦਾ ਦਾ ਜੀਵਨ ਪਾਏਗਾ, ਉਹ ਨਾਸ਼ ਨਹੀਂ ਹੋਏਗਾ। ਅੱਜ ਗਿਣਤੀ ਹਜ਼ਾਰਾਂ ਵਿੱਚ ਨਹੀਂ ਆ, ਲੱਖਾਂ ਵਿੱਚ ਨਹੀਂ ਆ, ਕਰੋੜਾਂ ਵਿੱਚ ਨਹੀਂ, ਪਤਾ ਨਹੀਂ ਕਿੰਨੀ ਕੁ ਵੱਧ ਗਈ ਆ। ਗਿਣਤੀ ਘਟਣੀ ਨਹੀਂ ਆ, ਗਿਣਤੀ ਵਧਣੀ ਆ। ਹਾਲੇਲੂਇਆ, ਪ੍ਰਭੂ ਯਿਸੂ ਮਸੀਹ ਨੇ ਕਰੂਸ ਤੇ ਕੀ ਦਿੱਤੀ ਆ? ਕਾਹਦੇ ਲਈ ਜਾਨ ਦਿੱਤੀ ਆ? ਸਾਨੂੰ ਜ਼ਿੰਦਗੀ ਦੇਣ ਦੇ ਲਈ, ਸਾਨੂੰ ਬਚਾਉਣ ਦੇ ਲਈ। ਤੇ ਉਹਦੀ ਜਾਨ ਵਿਅਰਥ ਨਹੀਂ ਆ, ਉਹ ਕੀਮਤੀ, ਉਹਦੇ ਲਹੂ ਦੀ ਇੱਕ ਇੱਕ ਬੂੰਦ ਕੀ ਆ? ਕੀਮਤੀ ਆ। ਹਾਲੇਲੂਇਆ, ਹਾਲੇਲੂਇਆ। ਤੇ ਜਿਹੜਾ ਉਹਤੇ ਵਿਸ਼ਵਾਸ ਕਰੂਗਾ, ਉਹ ਛੁਟਕਾਰਾ ਪਾਊਗਾ, ਉਹ ਅਨੰਤ ਜੀਵਨ ਪਾਊਗਾ। ਜਿਹੜੀ ਸਾਮਰਥ, ਜਿਹੜੀ ਸ਼ਕਤੀ ਸਿਰਫ ਪਰਮੇਸ਼ਰ ਦੇ ਕੋਲ ਆ, ਪ੍ਰਭੂ ਯਿਸੂ ਮਸੀਹ ਦੇ ਕੋਲ ਆ। ਹਾਲੇਲੂਇਆ, ਹਾਲੇਲੂਇਆ। ਕਰੂਸ ਦੇ ਵੱਲ ਅਸੀਂ ਕੀ ਕਰਨਾ ਆ? ਤੱਕਦੇ ਰਹਿਣਾ ਹੈ। ਇੱਕ ਵਚਨ ਵਿਵਸਥਾ ਸਾਰ 2:23 ਵਿੱਚ ਲਿਖਿਆ ਕਿ ਜਿਹੜਾ ਲਟਕਾਇਆ ਜਾਂਦਾ ਉਹ ਕੀ ਆ? ਸ਼ਰਾਬੀ ਆ। ਜਿਹੜਾ ਕਰੂਸ ਦੇ ਉੱਤੇ ਲਟਕਾਇਆ ਜਾਂਦਾ ਉਹ ਕੀ ਆ? ਸ਼ਰਾਬੀ ਆ। ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹੀ ਨਿਯਮ ਚੱਲਦਾ ਆ ਰਿਹਾ ਹੈ। ਇਸੇ ਕਰਕੇ ਤੇ ਪ੍ਰਭੂ ਯਿਸੂ ਮਸੀਹ ਨੇ ਵੀ ਕਰੂਸ ਤੇ ਟੰਗਿਆ ਗਿਆ ਸੀ ਕਿ ਜਿਹੜਾ ਸ਼ਰਾਬਿਤ ਹੁੰਦਾ, ਜਿਹੜਾ ਸ਼ਰਾਬ ਨਾਲ ਭਰਿਆ ਹੁੰਦਾ, ਜਿਹੜਾ ਪਾਪਾਂ ਨਾਲ, ਗੁਨਾਹਾਂ ਨਾਲ ਲੱਦਿਆ, ਉਹੀ ਇਨਸਾਨ ਨੂੰ ਕਰੂਸ ਦੇ ਉੱਤੇ ਟੰਗਿਆ ਜਾਂਦਾ। ਇੱਕ ਵਚਨ ਪੜਾਂਗੇ ਅਸੀਂ, ਗਲਾਤੀਆਂ 3:13 ਵਚਨ। ਗਲਾਤੀਆਂ 3:13। जिन्हों को बाइबल बोलेंगे, जिन्हों को बाइबल नहीं बोलेंगे, प्रभु यीशु मसीह के लहू की जय, प्रभु यीशु मसीह के लहू की जय। हालेलुया, हालेलुया। मसीह ने जो हमारे लिए श्रापित बना, हमें मोल लेके व्यवस्था के श्राप से छुड़ाया, क्योंकि लिखा है जो कोई काट पर लटकाया जाता है वह श्रापित है। कहते जेड़ा काट ते जेड़ा रूप ते जेड़ा उस लकड़ी ते क्रूस ते लटकाया जांदा ओ किया? श्रापित है। हालेलुया, हालेलुया। प्रभु यीशु मसीह च कोई भी पाप हैगा ही, कोई भी गुनाह हैगा ही, कोई भी जे हाथ चुक के दसे तो ਉਹਦੇ ਚ ਕੋਈ ਪਾਪ ਨਹੀਂ, ਉਹਦੇ ਵਿੱਚ ਲੱਗਿਆਂ ਵੀ ਤੱਕਦਿਆਂ ਵੀ ਕੋਈ ਪਾਪ ਨਹੀਂ ਹੈਗਾ ਹੀ। ਹਾਲੇਲੂਇਆ, ਹਾਲੇਲੂਇਆ। ਇਸੇ ਕਰਕੇ ਤਾਂ ਪ੍ਰਭੂ ਯੀਸ਼ੂ ਮਸੀਹ ਦਾ ਨਿਆਂ ਨਹੀਂ ਹੁੰਦਾ ਪਿਆ, ਇਸੇ ਕਰਕੇ ਤਾਂ ਪ੍ਰਭੂ ਯੀਸ਼ੂ ਮਸੀਹ ਦਾ ਫੈਸਲਾ ਹੀ ਨਹੀਂ ਹੁੰਦਾ ਪਿਆ ਕਿ ਇਹਦੇ ਚ ਲੱਭੀਏ ਤੇ ਲੱਭੀਏ ਕੀ, ਇਹਦੇ ਚ ਦੋਸ਼ ਲੱਭੀਏ ਤੇ ਕਿਹੜਾ ਲੱਭੀਏ, ਕਸੂਰ ਲੱਭੀਏ ਤੇ ਕਿਹੜਾ ਲੱਭੀਏ, ਪਾਪ ਗੁਨਾਹ ਲੱਭੀਏ ਤੇ ਕਿਹੜਾ ਲੱਭੀਏ। ਕੋਈ ਨਜ਼ਰ ਹੀ ਨਹੀਂ ਆਉਂਦਾ ਪਿਆ ਜੀ। ਹਾਲੇਲੂਇਆ, ਹਾਲੇਲੂਇਆ। ਅੱਜ ਵੀ ਲੋਕਾਂ ਨੂੰ ਆਦਤ ਹੈ ਨਾ ਕਿ ਦੂਸਰੇ ਲੋਕ ਵਿੱਚ ਕੀ ਵੇਖੀਏ? ਕਮੀ। ਦੂਸਰੇ ਇਨਸਾਨ ਵਿੱਚ ਕੀ ਵੇਖੀਏ? ਕਮੀ। ਆਪੀ ਭਾਵੇਂ ਪੂਰਾ ਕਮੀਆਂ ਨਾਲ ਕੀ ਹੋਏ? ਭਰਿਆ ਹੋਵੇ। ਕਹਿੰਦੇ ਆਪਣੀ ਅੱਖ ਵਿੱਚ ਤਿਨਕਾ ਤਾਂ ਦੂਸਰੇ ਦੀ ਅੱਖ ਕਿੱਦਾਂ ਸਾਫ਼ ਕਰੇਗਾ? ਹਾਲੇਲੂਇਆ, ਹਾਲੇਲੂਇਆ। ਸਾਡੀਆਂ ਅੱਖਾਂ ਪੂਰੀਆਂ ਗੰਦੀਆਂ, ਮੈਲ ਆ, ਕਚਰਾ ਸਾਡੇ ਅੰਦਰ, ਫਿਰ ਵੀ ਦੂਸਰੇ ਦੇ ਕਚਰੇ ਵੱਲ ਧਿਆਨ ਦਿੰਦੇ ਤੇ ਉਹਦੇ ਕਚਰੇ ਨੂੰ ਸਾਫ਼ ਕਰਨ ਵੱਲ ਲੱਗ ਪੈਂਦੇ ਆ। ਹਾਲੇਲੂਇਆ, ਹਾਲੇਲੂਇਆ। ਤੇ ਬੰਦਾ ਕੀ ਸਭ ਤੋਂ ਪਹਿਲਾਂ ਆਪਣਾ ਕਚਰਾ ਹੀ ਕੀ ਕਰੀਏ? ਸਾਫ਼ ਕਰੀਏ। ਪਰ ਇਨਸਾਨ ਦੇ ਅੰਦਰ ਆਦਤ ਹੈ ਦੂਸਰਿਆਂ ਦੀ ਕਮੀਆਂ ਨੂੰ ਕੀ ਕਰਨਾ? ਫੜਨਾ, ਦੂਸਰਿਆਂ ਦੀ ਕਮੀਆਂ ਨੂੰ ਲੱਭਣਾ। ਪਰ ਜਿਹੜੀ ਆਪਣੀਆਂ ਕਮੀਆਂ ਦੂਰ ਕਰ ਲਾਂਗੇ ਨਾ ਤੇ ਅਸੀਂ ਸਿੱਧ ਹੋ ਜਾਾਂਗੇ, ਪਰਮੇਸ਼ਰ ਦੇ ਲਈ ਤਿਆਰ ਹੋ ਜਾਾਂਗੇ। ਹਾਲੇਲੂਇਆ, ਉਸ ਸਮੇਂ ਪ੍ਰਭੂ ਯਿਸੂ ਮਸੀਹ ਦਾ ਫੈਸਲਾ ਕੋਈ ਨਹੀਂ ਕਰ ਪਾ ਰਿਹਾ। ਵੇਖੋ ਅੱਜ ਦੇਖੋ ਸਾਡੀ ਕਚਹਿਰੀ ਕਿੱਥੇ ਆ? ਬਟਾਲੇ ਆ, ਗੁਰਦਾਸਪੁਰ ਆ, ਕਿੰਨੇ ਮੀਲਾਂ ਤੇ ਕਿੰਨੇ ਘੰਟੇ ਦਾ ਰਸਤਾ ਆ। ਪ੍ਰਭੂ ਯਿਸੂ ਮਸੀਹ ਨੂੰ ਕਿੰਨੀਆਂ ਕਚਹਿਰੀਆਂ 'ਚ ਖੜਿਆ ਗਿਆ, ਧੂ ਕੇ, ਘਸੀਟ ਕੇ, ਕੁੱਟ ਕੇ, ਮਾਰ ਕੇ, ਜ਼ਖਮਾਂ ਦੀ ਹਾਲਤ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਘਸੀਟ ਕੇ ਲੈ ਕੇ ਜਾਂਦੇ ਪਏ। ਕਹਿੰਦਾ ਕਿਸੇ ਕਚਹਿਰੀ ਵਿੱਚ ਤੇ ਫੈਸਲਾ ਜੇ, ਕਿਸੇ ਕਚਹਿਰੀ ਵਿੱਚ ਤੇਰਾ ਹੱਲ ਹੋ ਜੇ। ਹਾਲੇਲੂਇਆ, ਬਾਰ-ਬਾਰ ਇੱਧਰ ਤੇ ਉੱਧਰ, ਉੱਧਰ ਤੇ ਉੱਧਰ, ਉੱਧਰ ਤੇ ਉੱਧਰ ਕਚਹਿਰੀਆਂ 'ਚ ਲੈ ਕੇ ਜਾਂਦੇ ਪਏ। ਫਿਰ ਤੇ ਕੋਈ ਦੋਸ਼ ਲਾਈਏ, ਕੋਈ ਇਹਦਾ ਕੱਟੀਏ। ਹਾਲੇਲੂਇਆ, ਪਰ ਪ੍ਰਭੂ ਯਿਸੂ ਮਸੀਹ ਵਿੱਚ ਕੋਈ ਵੀ ਦੋਸ਼ ਨਹੀਂ ਪਾਇਆ ਗਿਆ। ਪ੍ਰਭੂ ਯਿਸੂ ਮਸੀਹ ਕੋਲ ਇੱਕ ਇਹੋ ਜਿਹੀ ਔਰਤ ਆਈ ਜਿਹੜੀ ਵੀ ਗੁਜ਼ਾਰ ਕਰਦੀ, ਜਿਹੜੇ ਧੰਦਾ ਕਰਦੀ। ਹਾਲੇਲੂਇਆ, ਉਹ ਔਰਤ ਆਈ, ਪਰ ਉਹ ਔਰਤ ਜਦੋਂ ਪ੍ਰਭੂ ਯਿਸੂ ਮਸੀਹ ਕੋਲ ਆਈ, ਉਹਨੇ ਪੈਰਾਂ ਨੂੰ ਕੀ ਕੀਤਾ? ਆਪਣੇ ਅੱਥਰੂ ਨਾਲ ਕੀ ਕੀਤਾ? ਧੋਤਾ। ਤੇ ਸਾਫ਼ ਕਾਹਦੇ ਨਾਲ ਕੀਤਾ? ਆਪਣੇ ਵਾਲਾਂ ਦੇ ਨਾਲ। ਕਾਹਦੇ ਨਾਲ? ਵਾਲ ਕੀ ਹੁੰਦੇ? ਇੱਕ ਸਜਾਵਟ ਹੁੰਦੀ ਔਰਤ ਦੀ, ਇੱਕ ਸ਼ੋਭਾ ਹੁੰਦੀ ਹੈ ਔਰਤ ਦੀ। ਉਹਨੇ ਆਪਣੇ ਵਾਲਾਂ ਦੀ ਪਰਵਾਹ ਨਹੀਂ ਕੀਤੀ। ਆਪਣਾ ਸਭ ਤੋਂ ਮਹਿੰਗਾ ਇੱਤਰ ਜਿਹੜਾ ਪਰਫਿਊਮ, ਜਿਹਦੇ ਨਾਲ ਗਾਹਕ ਆਪਣੇ ਵੱਲ ਖਿੱਚਦੀ, ਆਪਣੀ ਵੱਡੀ ਕਮਾਈ ਨੂੰ, ਆਪਣੇ ਪਾਪ ਦੇ ਸਾਧਨ ਨੂੰ ਪ੍ਰਭੂ ਯਿਸੂ ਮਸੀਹ ਦੇ ਕੋਲ ਲਿਆ ਕੇ ਉਹਨੇ ਕੀ ਕਰ ਦਿੱਤਾ? ਤੋੜ ਦਿੱਤਾ। ਹਾਲੇਲੂਇਆ, ਹਾਲੇਲੂਇਆ। ਉਹ ਔਰਤ ਜਦੋਂ ਪ੍ਰਭੂ ਯਿਸੂ ਮਸੀਹ ਕੋਲ ਆਈ, ਉਹਨੇ ਪੈਰਾਂ ਨੂੰ ਟੱਚ ਕੀਤਾ। ਕੀ ਕੀਤਾ? ਪੈਰਾਂ ਨੂੰ ਟੱਚ ਕੀਤਾ। ਉਹਨੇ ਅਥਰੂ ਨਾਲ ਪੂੰਝਿਆ, ਉਹਨੇ ਚੁੰਮੇ, ਉਹਨੇ ਮਾਫੀਆਂ ਮੰਗੀਆਂ, ਅੰਦਰੋਂ ਕੁਛ ਨਹੀਂ ਬੋਲੀ, ਪਰ ਉਹਨੇ ਇੰਨਾ ਕੁਛ ਕੀਤਾ। ਪਰ ਪ੍ਰਭੂ ਯਿਸੂ ਮਸੀਹ ਇਹੋ ਜਿਹਾ ਪਹਿਲਾ ਇਨਸਾਨ ਉਸ ਔਰਤ ਨੂੰ ਮਿਲਿਆ ਸੀ ਜਿਹੜੇ ਇਨਸਾਨ ਦੇ ਅੰਦਰ ਉਸ ਔਰਤ ਨੇ ਵੱਖਰੀ ਕੁਆਲਿਟੀ ਪਾਈ, ਇੱਕ ਪਵਿੱਤਰਤਾ ਪਾਈ। ਹਾਲੇਲੂਇਆ, ਅੱਜ ਕੀ ਹੁੰਦਾ? ਅੱਜ ਪਾਪ ਨੇ ਇੰਨਾ ਜ਼ਿਆਦਾ ਲੋਕਾਂ ਨੂੰ ਘੇਰ ਕੇ ਰੱਖਿਆ ਆ। ਜੇ ਇੱਕ ਲੜਕਾ ਜਵਾਨ ਲੜਕੀ ਨੂੰ ਟੱਚ
ਸਪਰਸ਼ ਕਰੇਗਾ ਉਸੇ ਵੇਲੇ ਦੀ ਫੀਲਿੰਗ ਉੱਠ ਪੈਂਦੀ ਆ, ਉਸੇ ਵੇਲੇ ਅੰਦਰ ਸਰੀਰਕ ਤੱਕ ਜਾਂਦੀ ਹੈ। ਹਾਲੇਲੂਇਆ। ਜਵਾਨ ਕੁੜੀ ਮੁੰਡਾ ਛੇੜੋ, ਮੈਂ ਕਹਿੰਦੀ ਅੱਜ ਵਿਆਹੇ ਵਾਲੇ ਵੀ ਜੇ ਕਿਸੇ ਨੂੰ ਉਹਦੀ ਨਜ਼ਰ ਆਵੇ ਤੇ ਦੂਸਰੇ ਦੇ ਮਨ 'ਚ ਝੱਟ ਫੀਲਿੰਗ ਆਏਗੀ। ਇਹ ਮੈਨੂੰ ਕੀ ਕਰਦਾ ਆ? ਪਿਆਰ ਕਰਦਾ। ਕੀ ਕਰਦਾ ਆ? ਪਿਆਰ ਕਰਦਾ ਹੈ। ਹਾਲੇਲੂਇਆ। ਉਸ ਔਰਤ ਨੂੰ ਵੀ ਸਾਰਿਆਂ ਨੇ ਇਸ ਨਜ਼ਰ ਨਾਲ ਹੀ ਵੇਖਿਆ, ਕਿਉਂਕਿ ਧੰਦਾ ਕਰਨ ਵਾਲੀ ਔਰਤ ਸੀ। ਸਾਰਿਆਂ ਨੇ ਇਸ ਗੁਨਾਹ ਦੀ ਨਜ਼ਰ ਨਾਲ ਵੇਖਿਆ, ਪਰ ਕੱਲਾ ਪ੍ਰਭੂ ਯਿਸੂ ਮਸੀਹ ਜਿਨੇ ਉਹਨੂੰ ਪਵਿੱਤਰਤਾਈ ਦੀ ਨਜ਼ਰ ਨਾਲ ਵੇਖਿਆ, ਕਿਉਂਕਿ ਪ੍ਰਭੂ ਯਿਸੂ ਮਸੀਹ ਕੀ ਸੀ? ਪਵਿੱਤਰ ਸੀ। ਕਿ ਉਹ ਇਨਸਾਨ ਨਹੀਂ ਬਣ ਕੇ ਆਏ। 1 ਸਾਲ ਤੋਂ 33.5 ਸਾਲ ਜਵਾਨੀ ਹਾਲਤ ਵਿੱਚ ਧਰਤੀ ਤੇ ਰਹੇ ਆ, ਪਰ ਉਹਨਾਂ ਨੇ ਕਿਸੇ ਨੂੰ ਗੁਨਾਹ ਦੀ ਨਜ਼ਰ ਨਾਲ ਨਹੀਂ ਵੇਖਿਆ, ਕਿਸੇ ਨੂੰ ਪਾਪ ਦੀ ਨਜ਼ਰ ਨਾਲ ਨਹੀਂ ਵੇਖਿਆ, ਕਿਸੇ ਨੂੰ ਗੰਦੇ ਵਿਚਾਰ ਨਾਲ ਨਹੀਂ ਵੇਖਿਆ। ਹਾਲੇਲੂਇਆ। ਯਿਸੂ ਮਸੀਹ ਨੇ ਪਵਿੱਤਰਤਾ ਨਾਲ ਵੇਖਿਆ, ਇੰਨੀ ਪਵਿੱਤਰਤਾ ਨਾਲ ਵੇਖਿਆ ਕਿ ਉਸ ਇਹੋ ਜਿਹੀ ਵੱਡੇ ਧੰਦੇ ਪਾਪ ਕਰਨ ਵਾਲੀ ਔਰਤ ਦੀ ਜ਼ਿੰਦਗੀ 1 ਮਿੰਟ 'ਚ ਬਦਲ ਗਈ। ਹਾਲੇਲੂਇਆ। ਕਿ ਜਿਹੜਾ ਕੋਈ ਸਾਨੂੰ ਮਿਲੇ, ਜਿਹੜਾ ਕੋਈ ਸਾਡੇ ਨਾਲ ਸੰਗਤੀ ਕਰੇ, ਜਿਹੜਾ ਸਾਡੇ ਨਾਲ ਕੋਈ ਬੈਠੇ ਉੱਠੇ, ਇੱਕ ਵਧੀਆ ਕਮਾਈ ਲੈ ਕੇ ਉੱਠੇ, ਉਹਦੀ ਵੀ ਜ਼ਿੰਦਗੀ ਕੀ ਹੋ ਜੇ? ਬਦਲਣੀ ਸ਼ੁਰੂ ਹੋ ਜੇ। ਇੱਕ ਧਰਮੀ ਦੇ ਕੋਲ ਬਹਿ ਕੇ ਦੂਸਰਾ ਵੀ ਕੀ ਬਣ ਜੇ? ਧਰਮੀ। ਕਿਉਂਕਿ ਵਚਨ 'ਚ ਲਿਖਿਆ ਜਿਹੜੀ ਬੁਰੀ ਸੰਗਤ ਆ ਕੀ ਕਰਦੀ ਆ? ਚੰਗੇ ਚਰਿੱਤਰ ਨੂੰ ਵਿਗਾੜ ਦਿੰਦੀ ਆ। ਜੇ ਚੰਗੇ ਚਰਿੱਤਰ ਕੋਲੇ ਬੁਰੀ ਸੰਗਤ ਆਉਗੀ, ਉਹ ਨਹੀਂ ਸੁਧਰੂਗੀ, ਉਹ ਵੀ ਵਿਚਾਰਨ ਔਰਤ ਨਹੀਂ ਸੁਧਰੀ, ਉਸੇ ਵੇਲੇ ਕੀ ਹੋਗੀ? ਸੁਧਰ ਗਈ, ਉਹਦਾ ਜੀਵਨ ਹੀ ਬਦਲ ਗਿਆ। ਉਹ ਇੰਨਾ ਮਹਿੰਗਾ ਇਤਨਾ ਉਹਦੀ ਕਮਾਈ ਦਾ ਸਾਧਨ ਜਿਹੜਾ ਉਹਨੇ ਤੋੜਤਾ ਕਿ ਅੱਜ ਤੋਂ ਬਾਅਦ ਮੈਨੂੰ ਇਹ ਕਮਾਈ ਨਹੀਂ ਚਾਹੀਦੀ, ਮੈਨੂੰ ਇਹ ਕਮਾਈ ਨਹੀਂ ਚਾਹੀਦੀ, ਮੈਂ ਪਵਿੱਤਰ ਬਣਨਾ, ਕਿਉਂਕਿ ਪਵਿੱਤਰ ਪ੍ਰਭੂ ਯਿਸੂ ਮਸੀਹ ਨਾਲ ਉਹਦਾ ਕੀ ਹੋ ਗਿਆ? ਮੇਲ ਹੋ ਗਿਆ। ਹਾਲੇਲੂਇਆ। ਸਾਡਾ ਵੀ ਕਿਹਦੇ ਨਾਲ ਮੇਲ ਹੋਇਆ ਆ? ਪ੍ਰਭੂ ਯਿਸੂ ਮਸੀਹ ਨਾਲ, ਜਿਹੜਾ ਅੱਤ ਪਵਿੱਤਰ ਆ, ਜਿਸ ਤੋਂ ਉੱਤੇ ਪਵਿੱਤਰ ਕੋਈ ਵੀ ਨਹੀਂ ਹੈਗਾ। ਉਹੀ ਪ੍ਰਭੂ ਯਿਸੂ ਮਸੀਹ ਵਿੱਚ ਦੋਸ਼ ਲੱਭਦੇ ਫਿਰਦੇ, ਕੋਈ ਦੋਸ਼ ਨਹੀਂ ਮਿਲਿਆ। ਤਦੇ ਤੇ ਉਹਨੂੰ ਧੂਪ ਸੀਟ ਕੇ ਤੇ ਉੱਧਰ ਕਚਹਿਰੀਆਂ 'ਚ ਖੜਦੇ ਪਏ। ਵੇਖੋ ਅੱਜ ਸਾਨੂੰ ਚੱਲਣਾ ਪਏ ਅੱਧਾ ਘੰਟਾ, ਤੁਹਾਨੂੰ ਅੱਧਾ ਘੰਟਾ ਲੱਗ ਜਾਂਦਾ, ਮੈਨੂੰ ਲੱਗਦਾ ਚੱਲ ਸਕਦਾ। ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਕਿ ਪ੍ਰਭੂ ਨੇ ਇਹਨਾਂ ਦੇ ਅੰਦਰ ਇੰਨਾ ਪਿਆਰ ਤੇ ਪਾਇਆ ਕਿ ਚਰਚ ਵਿੱਚ ਪਹੁੰਚਣਾ ਹੈ, ਭਾਵੇਂ ਨਹੀਂ ਬਾਈਕ ਤਾਂ ਵੀ ਤੁਰ ਕੇ ਜਾਣਾ, ਗਰਮੀ ਦੀ ਹਾਲਤ ਵਿੱਚ ਛੋਟੇ ਬੱਚੇ ਨੂੰ ਛੋੜ ਕੇ ਜਾਣਾ ਹੈ। ਹਾਲੇਲੂਇਆ। ਹਾਲੇਲੂਇਆ। ਇਹ ਪਿਆਰ ਸਾਡੇ ਅੰਦਰ ਹੋਣਾ ਚਾਹੀਦਾ ਹੈ। ਪਰ ਪ੍ਰਭੂ ਯਿਸੂ ਮਸੀਹ ਨੂੰ ਇੰਨਾ ਕੁੱਟਿਆ ਗਿਆ, ਇੰਨਾ ਮਾਰਿਆ ਗਿਆ, ਇੰਨਾ ਛੱਲੀ, ਇੰਨਾ ਜ਼ਖਮੀ ਹੋਇਆ ਦਾ, ਤਾਂ ਵੀ ਉਹਨੂੰ ਕੀ ਕਰਦੇ ਪਏ? ਕਚਹਿਰੀਆਂ ਤੇ ਕਚਹਿਰੀਆਂ। ਕਿਤੇ ਬੱਸ ਤੇ ਨਹੀਂ ਖੜਦੇ, ਕਿਤੇ ਬਾਈਕ ਤੇ ਨਹੀਂ ਖੜਦੇ, ਗੱਡੀਆਂ ਤੇ ਨਹੀਂ ਖੜਦੇ, ਕਾਹਤੇ ਖੜਦੇ ਪਏ? ਤਰਾਸ ਤਸੀਹੇ ਦੇ ਤਰਾਸ ਕਿੰਨਾ ਤੁਰਿਆ ਹੋਗਾ ਪ੍ਰਭੂ ਯਿਸੂ ਮਸੀਹ। ਉਹਦੇ ਇੱਕ ਲਾਂਘ ਵਿੱਚ ਸ਼ਿਫਾ ਆਇਆ, ਉਹਦੀ ਇੱਕ ਲਾਂਘ ਜਿਹੜੀ ਨਾ ਉਹ ਵੀ ਵਿਅਰਥ ਨਹੀਂ ਗਈ। ਹਾਲੇਲੂਇਆ। ਉਹਦੇ ਇੱਕ ਕਦਮ ਕਦਮ ਵਿੱਚ ਛੁਟਕਾਰਾ ਆ, ਉਹਦੇ ਇੱਕ ਕਦਮ ਕਦਮ ਵਿੱਚ ਸ਼ਿਫਾ ਆ। ਹਾਲੇਲੂਇਆ। ਜਦੋਂ ਤੁਰਦੇ ਦੀ ਲਹੂ ਦੀਆਂ ਬੂੰਦਾਂ ਟਪਕਦੀਆਂ ਹੋਣਗੀਆਂ ਨਾ, ਮੈਂ ਵਿਸ਼ਵਾਸ ਕਰਦੀ ਜਿਹੜਾ ਉਧਰੋਂ ਲੰਘਿਆ ਹੋਗਾ ਤਾਂ ਜੀਵਨ ਬਦਲ ਗਿਆ ਹੋਗਾ। ਉਹਨੇ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਨੂੰ ਵੇਖਿਆ ਤੇ ਅੱਜ ਅਸੀਂ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਨੂੰ ਜਾਣਦੇ ਆ, ਵੇਖਦੇ ਆ, ਤੱਕਦੇ ਆ, ਫਿਰ ਵੀ ਸਾਡੇ ਹਾਲਾਤ ਉਹੀ ਰਹਿੰਦੇ ਆ, ਫਿਰ ਵੀ ਸਾਡੇ ਪਰਮੇਸ਼ਰ ਦੇ ਪ੍ਰਤੀ ਉਹ ਪਿਆਰ ਨਹੀਂ ਹੁੰਦਾ, ਫਿਰ ਵੀ ਸਾਡੇ ਪ੍ਰਤੀ ਪ੍ਰਭੂ ਯਿਸੂ ਮਸੀਹ ਦੇ ਪ੍ਰਤੀ ਸਾਡੀ ਆਗਿਆਕਾਰੀ ਨਹੀਂ ਹੁੰਦੀ, ਫਿਰ ਵੀ ਅਸੀਂ ਨਿਕੰਮੇ ਬਣ ਜਾਂਦੇ ਹਾਂ। ਪਰ ਰੋਜ਼ ਪ੍ਰਭੂ ਯਿਸੂ ਮਸੀਹ ਦੇ ਕਰੂਸ ਨੂੰ ਯਾਦ ਕਰਿਆ ਕਰੋ। ਸਾਡਾ ਵਿਸ਼ਵਾਸ ਕਿ ਪ੍ਰਭੂ ਯਿਸੂ ਮਸੀਹ ਮਰਿਆ ਨਹੀਂ, ਜ਼ਿੰਦਾ ਪਰਮੇਸ਼ਰ ਹੈ। ਕਿਹੜਾ ਪਰਮੇਸ਼ਰ ਆ? ਜ਼ਿੰਦਾ ਪਰਮੇਸ਼ਰ ਆ। ਪਰ ਤਾਂ ਵੀ ਅਸੀਂ ਪ੍ਰਭੂ ਯਿਸੂ ਮਸੀਹ ਦੇ ਕਰੂਸ ਦੀ ਕਥਾ ਨੂੰ ਕਦੇ ਵੀ ਨਹੀਂ ਭੁੱਲਣਾ, ਉਸ ਕਰੂਸ ਦੀ ਕਥਾ ਨੂੰ ਕਦੇ ਵੀ ਨਹੀਂ ਭੁੱਲਣਾ। ਹਾਲੇਲੂਇਆ। ਹਾਲੇਲੂਇਆ। ਮੂਸਾ ਨੇ ਸੱਪ ਭੇਜਿਆ ਸੀ। ਮੂਸਾ ਨੇ ਕੀ ਬਣਾਇਆ ਸੀ? ਸੱਪ। ਪ੍ਰਭੂ ਯਿਸੂ ਮਸੀਹ ਨੇ ਪਰਮੇਸ਼ਰ ਨੇ ਪਹਿਲਾਂ ਭੇਜੇ ਦੱਸਣ ਵਾਲੇ ਸੱਪ, ਫਿਰ ਮੂਸਾ ਨੇ ਬਣਾਇਆ ਸੱਪ। ਹਾਲੇਲੂਇਆ। ਹਾਲੇਲੂਇਆ। ਕਰੂਸ ਦੀ ਸ਼ਰਾਫਿਤ ਇਨਸਾਨ ਜਿਹੜਾ ਉਹੀ ਕਰੂਸ ਤੇ ਚੜ੍ਹਦਾ ਹੈ, ਜਿਹੜਾ ਗੁਨਾਹਾਂ ਨਾਲ ਭਰਿਆ ਉਹੀ ਕਰੂਸ ਤੇ ਚੜ੍ਹਦਾ ਹੈ। ਪ੍ਰਭੂ ਯਿਸੂ ਮਸੀਹ 'ਚ ਕੋਈ ਪਾਪ ਕੋਈ ਗੁਨਾਹ ਨਹੀਂ, ਫਿਰ ਵੀ ਪ੍ਰਭੂ ਯਿਸੂ ਮਸੀਹ ਕਿੱਥੇ ਚੜ੍ਹੇ? ਕਰੂਸ ਦੇ ਉੱਤੇ, ਸਲੀਬ ਦੇ ਉੱਤੇ। ਕਾਹਦੇ ਲਈ? ਮੇਰੇ ਲਈ ਤੇ ਤੁਹਾਡੇ ਲਈ, ਸਾਨੂੰ ਬਚਾਉਣ ਦੇ ਕਰਕੇ, ਸਾਨੂੰ ਮਾਫ ਕਰਨ ਲਈ, ਸਾਨੂੰ ਪਾਪਾਂ ਤੋਂ ਆਜ਼ਾਦ ਕਰਨ ਲਈ, ਸਾਨੂੰ ਮੁਕਤੀ ਦੇਣ ਦੇ ਲਈ। ਹਾਲੇਲੂਇਆ। ਹਾਲੇਲੂਇਆ। ਅਦਨ ਦੀ ਵਾਰਤਾ ਵਿੱਚ ਕੌਣ ਆਇਆ ਸੀ? ਹਵਾ ਕੋਲ ਕੌਣ ਆਇਆ ਸੀ? ਕੌਣ ਆਇਆ ਸੀ? ਸੱਪ। ਸੱਪ ਬੜਾ ਚਤਰ ਆ, ਸੱਪ ਬੜਾ ਚਲਾਕ ਆ। ਸੱਪ ਦੇ ਵਿੱਚੋਂ ਦੀ ਹੋ ਕੇ ਸ਼ੈਤਾਨ ਨੇ ਕੀ ਕੀਤਾ? ਆਪਣਾ ਕੰਮ ਕੀਤਾ। ਸੱਪ ਆਇਆ ਤਾਂ ਸੱਪ ਨੇ ਕੀ ਕੀਤਾ? ਭਰਮਾਇਆ। ਸੱਪ ਉੱਥੇ ਆਇਆ ਤੇ ਹਵਾ ਨੂੰ ਭਰਮਾਇਆ, ਹਵਾ ਨੇ ਆਦਮ ਨੂੰ ਆਪਣੇ ਗੱਲਾਂ 'ਚ ਲਿਆਂਦਾ, ਸੱਪ ਖਾਧਾ ਤੇ ਪਰਮੇਸ਼ਰ ਦੀ ਆਗਿਆ ਕੀ ਫਰੂਟ ਨੂੰ ਖਾਧਾ, ਫਲ ਨੂੰ ਖਾਧਾ ਤੇ ਕੀ ਕੀਤਾ? ਪਰਮੇਸ਼ਰ ਦੀ ਆਗਿਆ ਨੂੰ ਤੋੜ ਦਿੱਤਾ।
ਹਾਲੇਲੂਇਆ। ਹਾਲੇਲੂਇਆ। ਉਹ ਸੱਪ ਦੇ ਨਾਲ ਉਹਦੀ ਸੰਗਤੀ ਹੋ ਗਈ, ਪਰਮੇਸ਼ਰ ਦੀ ਸੰਗਤੀ ਨੂੰ ਛੱਡ ਕੇ ਸੱਪ ਦੀਆਂ ਗੱਲਾਂ ਵਿੱਚ ਉਹ ਆ ਗਈ ਤੇ ਉਹਨਾਂ ਤੇ ਕੀ ਆ ਗਿਆ? ਸ਼ਰਾਪ। ਉਹਨੇ ਸ਼ਰਾਪ ਆਇਆ, ਉਹਨਾਂ ਤੇ ਸਜ਼ਾ ਆ ਗਈ। ਪਰਮੇਸ਼ਰ ਨੇ ਉਹਨਾਂ ਨੂੰ ਬਾਹਰ ਕੱਢਣਾ ਹੀ ਕੱਢਣਾ ਹੀ, ਉਹਨਾਂ ਨੂੰ ਸ਼ਰਾਪ ਦਿੱਤਾ। ਆਦਮ ਤੇ ਹਵਾ ਨੂੰ ਪਰਮੇਸ਼ਰ ਨੇ ਕੀ ਦਿੱਤਾ? ਸ਼ਰਾਪ ਦਿੱਤਾ। 5 ਤਰ੍ਹਾਂ ਦੇ ਪਰਮੇਸ਼ਰ ਨੇ ਉਹਨੂੰ ਸ਼ਰਾਪ ਦਿੱਤਾ ਆਦਮ ਨੂੰ। ਹਾਲੇਲੂਇਆ। ਅੱਜ ਕਿੰਨੀ ਮਿਹਨਤ ਮਜ਼ਦੂਰੀ ਕਰਕੇ ਇਨਸਾਨ ਖਾਂਦਾ ਹੈ, ਇਹ ਸਾਰੇ ਪ੍ਰਭੂ ਦੀ ਸਜ਼ਾ। ਨਹੀਂ ਤੇ ਬੜੇ ਆਰਾਮ ਦੇ ਨਾਲ ਬਾਪ ਤੇ ਬਹਿ ਕੇ ਖਾਂਦੇ ਸੀ, ਨਾ ਕੋਈ ਕੰਮ ਕਰਦੇ ਸੀ ਨਾ ਕੋਈ ਕਾਰ। ਜਿਸ ਤਰ੍ਹਾਂ ਇਸਰਾਈਲੀ ਲੋਕ ਵੀ ਕੀ ਕਰਦੇ ਬਾਅਦ, ਇਸਰਾਈਲੀ ਲੋਕਾਂ ਨੂੰ ਕੋਈ ਕੰਮ ਕਰਨੀ ਤਾਂ ਵੀ ਕਹਿੰਦੇ ਕਿ ਇਹਦੀ ਰੋਟੀ ਖਾਂਦੇ ਆ ਨਿਕੰਮੀ ਰੋਟੀ। ਹਾਲੇਲੂਇਆ। ਹਾਲੇਲੂਇਆ। ਉਹੀ ਸੱਪ ਦੇ ਦੁਆਰਾ ਜਿਹੜਾ ਸ਼ਰਾਪ ਆਦਮ ਦੇ ਹਵਾ ਤੇ ਆਇਆ, ਉਹੀ ਸੱਪ ਨੂੰ ਪਰਮੇਸ਼ਰ ਨੇ ਫਿਰ ਸ਼ਰਾਪ ਦਿੱਤਾ ਕਿ ਅੱਜ ਤੋਂ ਬਾਅਦ ਕੀ ਕਰੇਗਾ ਤੂੰ? ਢਿੱਡ ਭਰਨੇ ਤੁਰੇਗਾ। ਪਹਿਲਾਂ ਸੱਪ ਦੇ ਪੈਰ ਹੀ, ਥੋੜਾ ਸੋਚ ਕੇ ਵੇਖੋ, ਇਮੇਜਿਨ ਕਰਕੇ ਕਿ ਸੱਪ ਦੇ ਪੈਰ ਹੁੰਦੇ ਤੇ ਸੱਪ ਕਿੱਦਾਂ ਤੁਰਦਾ, ਸੱਪ ਦੇ ਕਿੱਡਾ ਵੱਡਾ ਲੱਗਦਾ ਹੋਣਾ। ਪਰ ਉਸ ਸਮੇਂ ਪਰਮੇਸ਼ਰ ਨੇ ਕੀ ਕੀਤਾ? ਪ੍ਰਭੂ ਦੇ ਪੈਰਾਂ ਦੀ ਸ਼ਕਤੀ ਨੂੰ ਖਤਮ ਕਰ ਦਿੱਤਾ। ਪ੍ਰਭੂ ਕਹਿੰਦੇ ਅੱਜ ਤੋਂ ਬਾਅਦ ਤੂੰ ਢਿੱਡ ਭਰਨੇ ਤੁਰੇਗਾ ਤੇ ਮਿੱਟੀ ਵਿੱਚ ਹੀ ਰੁੜੇਗਾ। ਮਿੱਟੀ ਵਿੱਚ ਰੁੜਦਾ ਫਿਰਦਾ ਨਾ ਸੱਪ, ਧੂੜ ਚੱਲਦਾ ਫਿਰਦਾ ਸੱਪ, ਜਿਹੜਾ ਆਪਣੇ ਨੂੰ ਬੜਾ ਚਲਾਕ ਸਮਝਦਾ ਹੈ। ਜੇ ਉਹਨੇ ਪਰਮੇਸ਼ਰ ਦੀ ਰਚਨਾ ਨੂੰ, ਸ੍ਰਿਸ਼ਟੀ ਨੂੰ ਆਪਣੇ ਖਿਲਾਫ ਕੀਤਾ, ਕੀ ਪ੍ਰਭੂ ਨੂੰ ਨਹੀਂ ਕੁਚਲੇਗਾ? ਹਾਲੇਲੂਇਆ। ਹਾਲੇਲੂਇਆ। ਇੱਕ ਸਮੇਂ ਆਇਆ ਜਦੋਂ ਇਹ ਸੱਪ ਨੇ ਸ਼ੈਤਾਨ ਨੂੰ ਪ੍ਰਭੂ ਯਿਸੂ ਮਸੀਹ ਨੇ ਆਪਣੇ ਅੱਡੀ ਦੇ ਥੱਲੇ ਕੁਚਲਿਆ, ਆਪਣੇ ਪੈਰਾਂ ਦੇ ਥੱਲੇ ਕੁਚਲਿਆ, ਕਰੂਸ ਦੇ ਉੱਤੇ ਜਾਨ ਦੇ। ਹਾਲੇਲੂਇਆ। 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 ਜਿਸ ਤਰ੍ਹਾਂ ਸੱਪ ਨੂੰ ਉਹੀ ਲੋਕ ਜਿਹੜੇ ਵੀ ਵੇਖਦੇ ਕੀ ਕਰਦੇ ਸੀ? ਕੀ ਕਿਹਾ ਸੀ ਪਰਮੇਸ਼ਰ ਨੇ ਉਹਨਾਂ ਨੂੰ? ਕੀ ਕਰਨਾ ਆ? ਵੇਖਣਾ ਹੀ ਆ। ਕੀ ਕਰਨਾ ਆ? ਵੇਖਣਾ ਹੀ ਆ। ਜਿਹੜੇ ਧਿਆਨ ਨਾਲ ਸੁਣਨੇ ਜਵਾਬ ਦਿਆ ਕਰੋ। ਸੱਪ ਨੂੰ ਸੱਪ ਕੋਲ ਕੀ ਕਿਹਾ ਸੀ? ਵੀ ਪ੍ਰਭੂ ਨੇ ਕਿਹਾ ਸੀ ਇਹਨਾਂ ਦੀ ਪੂਜਾ ਕਰਨ ਨੂੰ। ਪ੍ਰਭੂ ਨੇ ਕਿਹਾ ਵੀ ਨਾਰੀਅਲ ਅਗਰਬੱਤੀ ਧੂਪ ਕਰ ਲਿਆਓ, ਕੁਝ ਨਹੀਂ ਕਿਹਾ। ਪਰ ਆਉਂਦੇ ਪਤਾ ਕੀ ਬਣ ਗਿਆ? ਉਹ ਲੋਕ ਇਸ ਕੋਲ ਨੂੰ ਜਿਹੜਾ ਪ੍ਰੂਫ ਉੱਥੇ ਟੰਗਿਆ ਸੀ ਨਾ, ਮੂਸਾ ਨੇ ਉਹਨੂੰ ਪੂਜਣਾ ਸ਼ੁਰੂ ਕਰ ਦਿੱਤਾ। ਇੰਨੇ ਲੋਕੀ ਖਰਾਬ ਆ। ਹਾਲੇਲੂਇਆ। ਇੰਨੇ ਲੋਕੀ ਕੀ ਆ? ਖਰਾਬ ਆ। ਪਰਮੇਸ਼ਰ ਤੋਂ ਭਰੋਸਾ ਹਟਾ ਕੇ ਉਹੀ ਸੱਪ ਨੂੰ ਕੀ ਕਰਤਾ? ਪੂਜਣਾ ਸ਼ੁਰੂ ਕਰ ਦਿੱਤਾ। ਉਹ ਤਾਂ ਸਿਰਫ ਪਰਮੇਸ਼ਰ ਨੇ ਉਸ ਸਮੇਂ ਠਹਿਰਾਇਆ ਹੈ ਕਿ ਤੁਸੀਂ ਇਹ ਤੁਹਾਡੇ ਵੇਖੋਗੇ ਕਿ ਤੁਸੀਂ ਕੀ ਹੋ ਜਾਓਗੇ? ਚੰਗੇ ਹੋ ਜਾਓਗੇ, ਬਚ ਜਾਓਗੇ। ਹਾਲੇਲੂਇਆ। ਉਹੀ ਲੋਕਾਂ ਨੇ ਚਲਦੇ ਉਹੀ ਸੱਪ ਨੂੰ ਪੂਜਣਾ ਕੀ ਕਰਤਾ? ਸ਼ੁਰੂ ਕਰਤਾ। ਉਹਦੀ ਪੂਜਾ ਕਰਨੀ, ਉਹਦੀ ਪਾਸਨਾ ਕਰਨੀ ਕੀ ਕਰਤੀ? ਫਿਰ ਪਰਮੇਸ਼ਰ ਨੂੰ ਚੰਗਾ ਲੱਗਾ ਹੋਇਆ ਕਿ ਨਹੀਂ ਚੰਗਾ ਲੱਗਾ? ਪਰਮੇਸ਼ਰ ਨੂੰ ਨਹੀਂ ਚੰਗਾ ਲੱਗਾ, ਕਿਉਂਕਿ ਇੱਥੇ ਵੀ ਇਹਨਾਂ ਨੇ ਪਰਮੇਸ਼ਰ ਦੀ ਆਗਿਆ ਕੀ ਕਰਤਾ? ਤੋੜਤਾ। ਉਹਨਾਂ ਨੇ ਪੂਜਣਾ ਸ਼ੁਰੂ ਕਰਤਾ। ਫਿਰ ਪਰਮੇਸ਼ਰ ਨੇ ਆਉਣ ਵਾਲੇ ਸਮੇਂ ਹਿਜ਼ਕੀਏਲ ਨਬੀ ਦੇ ਦੁਆਰਾ ਉਸ ਸੱਪ ਨੂੰ ਚੂਰ-ਭੂਰ ਕਰਵਾ ਦਿੱਤਾ। ਹਿਜ਼ਕੀਏਲ ਨਬੀ ਦੇ ਦੁਆਰਾ ਪ੍ਰਭੂ ਨੇ ਸੱਪ ਨੂੰ ਕੀ ਕਰ ਦਿੱਤਾ? ਚੂਰ-ਭੂਰ ਕਰਵਾ ਦਿੱਤਾ। ਹਾਲੇਲੂਇਆ। ਪ੍ਰਭੂ ਨੂੰ ਫਿਰ ਗੁੱਸਾ ਲੱਗਾ ਕਿ ਜਿਹੜੇ ਸੱਪ ਵਾਲੇ ਵੇਖਣ ਨੂੰ ਕਿਹਾ ਸੱਪ ਨੂੰ ਪੂਜਣਾ ਕੀ ਕਰ ਦਿੱਤਾ ਆ? ਸ਼ੁਰੂ ਕਰ ਦਿੱਤਾ। ਅੱਜ ਵੀ ਇਸ ਤਰ੍ਹਾਂ ਹੀ ਮਸੀਹਤ ਵਿੱਚ ਚੱਲਦਾ ਕਿ ਜੋ ਪਰਮੇਸ਼ਰ ਕਹਿੰਦੇ ਕਿ ਉਹ ਤੋਂ ਬਾਹਰ ਜਾਵਾਂਗੇ ਤਾਂ ਪਰਮੇਸ਼ਰ ਦਾ ਕਰੋਧ ਸਾਡੇ ਤੇ ਆਵੇਗਾ। ਇਸ ਕਰਕੇ ਜ਼ਰੂਰੀ, ਜਿਸ ਤਰ੍ਹਾਂ ਪਰਮੇਸ਼ਰ ਦੇ ਦਾਸ ਨੇ ਦੱਸਿਆ ਨਾ ਕਿ ਬਾਈਬਲ ਤੋਂ ਉੱਪਰ, ਵਚਨ ਤੋਂ ਉੱਪਰ ਕੁਛ ਨਹੀਂ। ਜਿਨ੍ਹਾਂ ਨੇ ਬਾਈਬਲ ਤਿਆਰ ਕੀਤੀ, ਜਿਨ੍ਹਾਂ ਨੇ ਟ੍ਰਾਂਸਲੇਸ਼ਨ ਕੀਤੀ, ਉਹਨਾਂ ਨੇ ਕੀਮਤ ਦਿੱਤੀ ਆ। ਬਾਈਬਲ ਤੋਂ ਉੱਪਰ ਕੁਛ ਨਹੀਂ ਆ। ਬਾਈਬਲ ਵਚਨ ਆ, ਬਾਈਬਲ ਪਰਮੇਸ਼ਰ ਆ ਤੇ ਵਚਨ ਤੋਂ ਉੱਪਰ ਕੁਛ ਨਹੀਂ। ਤੇ ਅਸੀਂ ਬਾਈਬਲ ਨੂੰ ਪੜ੍ਹਦੇ ਹੀ ਨਹੀਂ ਆ। ਕਿੰਨੇ ਕੋਲ ਬਾਈਬਲ ਜਿਹੜੇ ਨਹੀਂ ਲੈ ਕੇ ਘਰ ਵਿੱਚ ਬਾਈਬਲ ਹੈਗੇ? ਕਿੰਨੇ ਘਰ ਵਿੱਚ ਪੜ੍ਹੇ ਲਿਖੇ ਆ? ਹੱਥ ਖੜਾ ਕਰੋ ਜਿਹੜੇ ਪੜ੍ਹ ਲੈਂਦੇ ਬਾਈਬਲ। ਕਿੰਨੇ ਨਹੀਂ ਲੈਂਦੇ ਬਾਈਬਲ? ਬਾਈਬਲ ਲੈ ਕੇ ਆਏ। ਹਾਲੇਲੂਇਆ। ਬਾਈਬਲ ਲੈ ਕੇ ਆਇਆ ਕਰੋ। ਇਹ ਤਾਂ ਹਥਿਆਰ ਆ। ਜਦੋਂ ਵੀ ਹੱਥ ਵਿੱਚ ਬਾਈਬਲ ਲੈ ਕੇ ਤੁਰਦੇ ਜੇ ਨਾ, ਸ਼ੈਤਾਨ ਨੂੰ ਉਹਦੀ ਅੱਗ ਲੱਗ ਜਾਂਦੀ ਹੈ। ਇਹ ਹਥਿਆਰ ਲੈ ਕੇ ਤੁਰ ਪਿਆ, ਇਹ ਖਾਲੀ ਨਹੀਂ ਤੁਰਿਆ। ਫਿਰ ਆਉਣ ਵਾਲੀਆਂ ਸਾਰੀਆਂ ਤਮਾਮ ਮੁਸੀਬਤਾਂ ਨੂੰ ਪਰਮੇਸ਼ਰ ਦੂਰ ਕਰੇਗਾ। ਹਾਲੇਲੂਇਆ। ਤੁਹਾਨੂੰ ਕਿੰਨੀ ਪ੍ਰੋਬਲਮ ਆਈ ਅੱਜ? ਕਿੰਨੇ ਚੱਲ ਕੇ ਆਏ? ਕਿੰਨੇ ਫਜ਼ਲ ਦਿੱਤਾ ਤੁਰਨ ਦਾ? ਪਰਮੇਸ਼ਰ ਨੇ। ਹਾਲੇਲੂਇਆ। ਸ਼ੈਤਾਨ ਨੇ ਆਪਣਾ ਕੰਮ ਕੀਤਾ। ਇਹਨਾਂ ਨੂੰ ਕੀ ਕਰਾਂ? ਰੋਕਾਂ। ਕੀ ਪਤਾ ਇਹਨਾਂ ਦੇ ਵਿਚਾਰਾਂ 'ਚ ਪੈਂਦਾ ਕਿ ਕਹਿੰਦੇ ਤੁਸੀਂ ਵਾਪਸ ਚਲ ਜਾਓ, ਕਿਤੇ ਠੀਕ ਕਰਾਣੀ ਦੇ ਦਿਓ ਤੇ ਕੀ ਹੋ ਜਾਓ? ਵਾਪਸ ਚਲ ਜਾਓ। ਪਰ ਇਹਨਾਂ ਨੇ ਕੀ ਕੀਤਾ? ਅਸੀਂ ਚੱਲ ਕੇ ਜਾਵਾਂਗੇ ਪਰਮੇਸ਼ਰ ਦੇ ਘਰ, ਪਰ ਵਾਪਸ ਨਹੀਂ ਜਾਵਾਂਗੇ। ਹਾਲੇਲੂਇਆ। ਛੋਟੀਆਂ ਬੱਚੀਆਂ ਇਹਨਾਂ ਨਾਲ ਪਰਮੇਸ਼ਰ ਨੇ ਗੱਲ ਕੀਤੀ। ਕੱਲ ਇਹਨਾਂ ਨੇ ਸ਼ਾਮ ਨੂੰ ਆਉਣਾ, ਸ਼ੁਕਰਵਾਰ ਰਾਤ ਗੱਲ ਕੀਤੀ ਕਿ ਜਿਹੜੀ ਔਰਤ ਇੰਨੇ ਜਾਦੂ ਟੂਣੇ ਕਰਦੀ ਪਈ, ਇਹਨੇ ਪੂਰੀ ਕੋਸ਼ਿਸ਼ ਕੀਤੀ ਰੋਕਣ ਦੀ, ਬੜੀ ਕੋਸ਼ਿਸ਼ ਕਰਦੀ ਹੈ। ਉਹਨੇ ਇੰਨੀ ਕੋਸ਼ਿਸ਼ ਕੀਤੀ, ਇਹਨੂੰ ਕੀ ਕਰੀਏ? ਰੋਕੀਏ। ਇਹ ਜਾਨ ਨਾ ਕਹਿੰਦੇ ਸੁਪਨੇ ਥਾਨ ਪਰਮੇਸ਼ਰ ਨੇ ਸਭ ਕੁਝ ਦਿਖਾਇਆ ਕਿ ਨਾ ਮੀਂਹ, ਤੂਫਾਨ, ਹਨੇਰੀਆਂ, ਕਦੀ ਕੁਛ ਹੋਈ ਜਾ ਰਿਹਾ ਹੈ ਕਿ ਸਾਡਾ ਆਉਣਾ ਮੁਸ਼ਕਿਲ ਹੀ।
ਉਹਨਾਂ ਦੀ ਮੁਸ਼ਕਿਲ ਹੀ ਉਹ ਦੁਸ਼ਟ ਸ਼ਕਤੀਆਂ ਵੀ ਪਰਮੇਸ਼ਰ ਇਹਨਾਂ ਨੂੰ ਦਿਖਾਈਆਂ ਪੂਰੀ ਚੰਗੀ ਤਰ੍ਹਾਂ ਵੇਖਿਆ। ਕਹਿੰਦੇ ਇੱਕਦਮ ਕੀ ਹੋਇਆ ਕਿ ਤੁਸੀਂ ਸਾਡੇ ਘਰ ਵਿੱਚ ਆਏ ਤੇ ਇੱਕਦਮ ਮਾਹੌਲ ਸ਼ਾਂਤ ਹੋ ਗਿਆ ਤੇ ਬਿਲਕੁਲ ਠੀਕ ਹੋ ਗਿਆ ਕਿ ਉਹਨਾਂ ਵਿੱਚ ਕੋਈ ਰੁਕਾਵਟ ਨਹੀਂ। ਵੇਖੋ ਪਰਮੇਸ਼ਰ ਇੰਨਾ ਪਿਆਰ ਕਰਦਾ ਆ, ਪਰਮੇਸ਼ਰ ਖੁਦ ਜਾ ਕੇ ਉਹਨਾਂ ਦੇ ਰਾਹਾਂ ਨੂੰ ਸਿੱਧਿਆ ਕਰਦਾ ਕਿ ਮੇਰੇ ਲੋਕ ਮੇਰੀ ਹਜ਼ੂਰੀ ਤੋਂ ਦੂਰ ਨਾ ਰਹਿ ਸਕਣ। ਵੇਖੋ ਪਰਮੇਸ਼ਰ ਖੁਦ ਚੱਲ ਕੇ ਜਾਂਦਾ ਤੇ ਆਪਣੇ ਲੋਕਾਂ ਲਈ ਰਸਤਾ ਤਿਆਰ ਕਰਦਾ ਆ। ਉਹ ਮੈਂ ਨਹੀਂ, ਉਹ ਪਰਮੇਸ਼ਰ ਖੁਦ ਹੀ। ਪਰਮੇਸ਼ਰ ਆਪਣੇ ਦਾਸ ਤੇ ਦਾਸੀਆਂ ਦੇ ਰੂਪ ਵਿੱਚ ਜਾਂਦਾ ਤੇ ਆਪਣੇ ਰਸਤਿਆਂ ਨੂੰ ਕੀ ਕਰਦਾ ਆ, ਸਾਫ਼ ਕਰਦਾ ਹੈ, ਖੋਲਦਾ ਹੈ। ਜਿਨ੍ਹਾਂ ਦੇ ਮਨ 'ਚ ਇੱਛਾ ਹੁੰਦੀ ਕਿ ਪਰਮੇਸ਼ਰ ਦੇ ਘਰ ਪਹੁੰਚਣਾ ਹੈ, ਪਰਮੇਸ਼ਰ ਵੀ ਜਾ ਕੇ ਫਿਰ ਉਹ ਦੁਸ਼ਟ ਸ਼ਕਤੀਆਂ ਨਾਲ ਲੜਦਾ, ਉਹਨਾਂ ਨੂੰ ਹਰਾਉਂਦਾ, ਉਹਨਾਂ ਨੂੰ ਕੱਢਦਾ ਹੈ ਤੇ ਰਸਤਿਆਂ ਨੂੰ ਸਾਫ਼ ਕਰਦਾ ਹੈ। ਪਰ ਜਿਹੜਾ ਇਨਸਾਨ ਖੁਦ ਹੀ ਕਹੇ ਕਿ ਮੈਂ ਜਾਣਾ ਹੀ ਨਹੀਂ ਚਾਹੁੰਦਾ, ਪਰਮੇਸ਼ਰ ਵੀ ਉਹਦੇ ਲਈ ਫਿਰ ਕੁਛ ਨਹੀਂ ਕਰ ਸਕਦਾ। ਜਿਹੜਾ ਇਨਸਾਨ ਦਾ ਮਨ ਹੁੰਦਾ ਨਾ ਕਿ ਮੈਂ ਜਾਣਾ ਹੈ, ਪ੍ਰਭੂ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰਦਾ ਹੈ। ਪ੍ਰਭੂ ਤੇ ਉਹੀ ਪਰਮੇਸ਼ਰ ਹੈ ਜਿਹੜਾ ਤੂਫਾਨਾਂ ਨੂੰ ਵੀ ਸ਼ਾਂਤ ਕਰਦਾ ਹੈ, ਰੋਕਦਾ ਹੈ। ਹਾਲੇਲੂਇਆ, ਹਾਲੇਲੂਇਆ। ਸਾਰਾ ਅਧਿਕਾਰ ਪ੍ਰਭੂ ਯਿਸੂ ਮਸੀਹ ਕੋਲ ਹੈ। ਸ਼ੈਤਾਨ ਇਹ ਗੱਲ ਜ਼ਰੂਰ ਹੈ ਰੋਕਣ ਦੀ ਕੋਸ਼ਿਸ਼ ਕਰੂਗਾ ਪਰ ਉਹ ਫਤਿਹ ਨਹੀਂ ਪਾਊਗਾ, ਸਫਲ ਨਹੀਂ ਹੋਊਗਾ। ਉਹਨੇ ਆਪਣਾ ਕੰਮ ਕਰਨਾ ਹੈ। ਪਰ ਜੇ ਤੁਸੀਂ ਪਰਮੇਸ਼ਰ ਨਾਲ ਪਿਆਰ ਕਰਦੇ ਹੋ ਤੁਹਾਨੂੰ ਕੋਈ ਵੀ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਹਾਲੇਲੂਇਆ, ਹਾਲੇਲੂਇਆ। ਆਪਣਾ ਖੁਦ ਦਾ ਮਨ ਨਹੀਂ ਹੁੰਦਾ। ਇਸ ਕੇ ਨਬੀ ਦੇ ਦੁਆਰਾ ਪਰਮੇਸ਼ਰ ਨੇ ਸੱਪ ਨੂੰ ਕੀ ਕਰ ਦਿੱਤਾ, ਤੜਵਾ ਦਿੱਤਾ, ਕਿਉਂਕਿ ਉਹਨਾਂ ਨੇ ਪਰਮੇਸ਼ਰ ਦੇ ਜੋ ਹੁਕਮਾਂ ਨੂੰ ਤੋੜਨਾ ਕੀ ਕਰ ਦਿੱਤਾ ਹੀ, ਸ਼ੁਰੂ ਕਰ ਦਿੱਤਾ ਹੀ। ਹਾਲੇਲੂਇਆ, ਹਾਲੇਲੂਇਆ। ਹੁਣ ਦੇਖੋ ਉਹੀ ਕਰੂਸ ਸੀ, ਉਹੀ ਕਰੂਸ ਸੀ, ਉਹੀ ਸਲੀਬ ਹੀ ਜਿਹੜਾ ਕਿ ਸ਼ਰਾਬੀ ਸੀ। ਉਹੀ ਕਰੂਸ ਨੂੰ ਲੋਕੀ ਇੰਨੀ ਗੰਦੀ ਨਜ਼ਰ ਨਾਲ, ਇਹਦੇ ਪਾਪ ਨੇ ਗੁੱਸੇ ਦੀ ਨਫ਼ਰਤ ਦੀ ਨਜ਼ਰ ਨਾਲ ਵੇਖਦੇ। ਉਹ ਕਰੂਸ ਤੇ ਜਿਹੜਾ ਕੋਈ ਟੰਗਿਆ ਸੀ ਨਾ ਤੇ ਲੋਕੀ ਆਲੇ ਦੁਆਲੇ ਕੀ ਕਰਦੇ, ਬੁੜਬੁੜਾਉਂਦੇ ਹੁੰਦੇ ਜਿਹੜਾ ਭੈਣਾ ਵੇਖਣਾ। ਅੱਜ ਜੇ ਕਿਸੇ ਦੇ ਘਰ ਕੋਈ ਗੜਬੜ ਹੋ ਜੇ ਉਸੇ ਦੂਜੇ ਦੇ ਘਰ ਭੱਜ ਕੇ ਜਾਊਗੀ ਤਾਂ ਨੇ ਕੀ ਕਹਿਣਾ, ਵੇਖਿਆ ਨਹੀਂ ਇਦਾਂ ਕੀਤਾ ਦੇ ਜਾਊਗਾ, ਵੇਖਿਆ ਨਹੀਂ ਇਦਾਂ ਕੀਤਾ ਦੇ ਜਾਊਗਾ। ਹਾਲੇਲੂਇਆ, ਹਾਲੇਲੂਇਆ। ਉਸ ਸਮੇਂ ਜਦੋਂ ਕੋਈ ਚੜਦਾ ਨਾ ਆਪਸੇ ਚ ਗੱਲਾਂ ਕਰਦੇ ਨੇ, ਵੇਖੋ ਇੰਨੇ ਡਾਟਾ ਪਾਪ ਕੀਤਾ, ਇੰਨੇ ਡਾਟਾ ਗੁਨਾਹ ਕੀਤਾ, ਤਾਂ ਹੀ ਤੈਨੂੰ ਸਲੀਬ ਮਿਲੀ ਆ, ਤਾਂ ਹੀ ਤੈਨੂੰ ਕਰੂਸ ਮਿਲਿਆ ਆ। ਹਾਲੇਲੂਇਆ, ਹਾਲੇਲੂਇਆ। ਇੰਨੀ ਜ਼ਿਆਦਾ ਨਫ਼ਰਤ ਦੀ ਨਜ਼ਰ ਨਾਲ ਵੇਖਦੇ। ਪਰ ਉਹੀ ਕਰੂਸ ਜਿਹਨੂੰ ਸ਼ਰਾਬੀ ਕਹਿੰਦੇ ਸੀ, ਜਿੱਤੇ ਸ਼ਰਾਬੀ ਇਨਸਾਨ ਚੜਦਾ ਸੀ, ਜਿੱਤੇ ਗੁਨਾਹਾਂ ਨਾਲ ਭਰਿਆ, ਜਿੱਤੇ ਪਾਪਾਂ ਨਾਲ ਭਰਿਆ, ਜਿਹੜਾ ਇਨਸਾਨ ਗਲਤੀਆਂ ਗੁਨਾਹ ਕਰਦਾ ਸੀ, ਉਹੀ ਕਰੂਸ ਤੇ ਕੀ ਕਰਦਾ ਸੀ, ਚੜਦਾ ਸੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਉਹੀ ਕਰੂਸ ਜਿਹੜਾ ਸ਼ਰਾਬੀ ਸੀ, ਉਹੀ ਸ਼ਰਾਬੀ ਕਰੂਸ ਤੇ ਉਹੀ ਜਿਹੜੇ ਗੁਨਾਹਾਂ ਨਾਲ ਭਰਿਆ ਕਰੂਸ ਤੇ ਜਿਹੜਾ ਇਨਸਾਨ ਚੜਦਾ ਸੀ, ਉਹੀ ਕਰੂਸ ਤੇ ਜਦੋਂ ਪ੍ਰਭੂ ਯਿਸੂ ਮਸੀਹ ਚੜੇ, ਬਲੀਦਾਨ ਹੋਏ ਤਾਂ ਕਰੂਸ ਬੜੇ ਸਾਰੇ ਕਰੂਸ ਦੀ ਕਥਾ ਨੂੰ ਹਲਕੇ ਵਿੱਚ ਲੈਂਦੇ ਆ ਤੇ ਕਰੂਸ ਤੇ ਜਾਣ ਦਿੱਤੀ ਗਈ ਗੱਲ। ਪਰ ਨਹੀਂ, ਕਰੂਸ ਦੀ ਕਥਾ ਨੂੰ ਸਦਾ ਹੀ ਕੀ ਰੱਖਣਾ ਆ, ਯਾਦ ਰੱਖਣਾ। ਕਹਿੰਦੇ ਕਰੂਸ ਦੀ ਕਥਾ ਤੇ ਨਾਸ਼ ਹੋਣ ਵਾਲੇ ਲਈ ਮੂਰਖਤਾ ਆ। ਜਿਹੜੇ ਨਾਸ਼ ਹੁੰਦੇ ਪਏ, ਜਿਹੜੇ ਕਰੂਸ ਤੇ ਵਿਸ਼ਵਾਸ ਨਹੀਂ ਕਰਦੇ ਪਏ, ਜਿਹੜੇ ਉਸ ਕਥਾ ਨੂੰ, ਉਸ ਸਟੋਰੀ ਨੂੰ ਯਾਦ ਨਹੀਂ ਕਰਦੇ ਕਿ ਪ੍ਰਭੂ ਯਿਸੂ ਮਸੀਹ ਕਰੂਸ ਤੇ ਜਾਣ ਦਿੱਤੀ, ਉਹਦੇ ਨਾਲ ਕੀ ਬਣਿਆ ਆ, ਉਹਦੇ ਨਾਲ ਉਧਾਰ ਦਾ ਰਸਤਾ ਖੁੱਲਿਆ ਹੈ। ਜਿਹੜੇ ਲੋਕੀ ਨਾਸ਼ ਹੁੰਦੇ ਪਏ, ਵਿਸ਼ਵਾਸ ਨਹੀਂ ਕਰਦੇ, ਕਹਿੰਦੇ ਕਰੂਸ ਦੀ ਕਥਾ ਤੇ ਨਾਸ਼ ਹੋਣ ਵਾਲੇ ਲਈ ਮੂਰਖਤਾ। ਪਰ ਸਾਡੇ ਲਈ ਜਿਹੜੇ ਬਚਾਏ ਗਏ, ਸਾਡੇ ਲਈ ਉਹ ਸ਼ਕਤੀ ਆ, ਸਾਡੇ ਲਈ ਉਹ ਸਾਮਰਥ ਆ, ਸਾਡੇ ਲਈ ਉਧਾਰ ਆ, ਸਾਡੇ ਲਈ ਉਹ ਮੁਕਤੀ ਦਾ ਕਾਰਨ ਬਣਿਆ ਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਤਦੇ ਤੇ ਚਰਚਾਂ ਵਿੱਚ ਕੀ ਲਾਉਂਦੇ, ਕਰੂਸ ਦਾ ਨਿਸ਼ਾਨ ਲਾਉਂਦੇ ਆ। ਕੀ ਲਾਉਂਦੇ, ਕਰੂਸ ਦਾ ਨਿਸ਼ਾਨ ਲਾਉਂਦੇ ਆ। ਜੇ ਕਰੂਸ ਦੇ ਨਿਸ਼ਾਨ ਦੇ ਉੱਤੇ ਪ੍ਰਭੂ ਯਿਸੂ ਮਸੀਹ ਟੰਗਾਂਗੇ ਤੇ ਉਹ ਸਹੀ ਆ ਕਿ ਗਲਤ ਆ। ਹਾਲੇਲੂਇਆ। ਸਭ ਕੋਲ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ, ਵੇਖਣਾ ਹੀ ਆ, ਤੱਕਣਾ ਹੀ ਆ। ਤੇ ਜਿਹੜੀ ਕਰੂਸ ਦੇ ਨਾਲ ਪ੍ਰਭੂ ਯਿਸੂ ਮਸੀਹ ਨੂੰ ਹੱਲੇ ਵੀ ਮਰਿਆ ਟੰਗਾਂਗੇ ਤੇ ਪ੍ਰਭੂ ਯਿਸੂ ਮਸੀਹ ਖੁਸ਼ ਹੋਣਗੇ। ਅੱਜ ਉਹ ਮਰਿਆ ਕਿ ਜ਼ਿੰਦਾ ਆ, ਜ਼ਿੰਦਾ ਪਰਮੇਸ਼ਰ ਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਅਸੀਂ ਕਰੂਸ ਨੂੰ ਯਾਦ ਰੱਖਣਾ ਹੈ ਕਿ ਕਰੂਸ ਤੇ ਬਲੀਦਾਨ ਹੋਣ ਦੇ ਦੁਆਰਾ ਸਾਡੇ ਲਈ ਮੁਕਤੀ ਦਾ ਦਰਵਾਜ਼ਾ ਖੁੱਲਿਆ ਹੈ, ਸਾਨੂੰ ਸਾਡੇ ਪਾਪਾਂ ਤੋਂ, ਗੁਨਾਹਾਂ ਤੋਂ ਛੁਟਕਾਰਾ ਮਿਲਿਆ ਹੈ। ਹਾਲੇਲੂਇਆ, ਹਾਲੇਲੂਇਆ। ਕਦੀ ਵੀ ਕਰੂਸ ਨੂੰ ਅਸੀਂ ਨਹੀਂ ਭੁੱਲ ਸਕਦੇ। ਕਰੂਸ ਲਗਾਉਣਾ ਕੋਈ ਗਲਤ ਨਹੀਂ ਆ। ਆਪਣੇ ਘਰ ਵਿੱਚ ਜੇ ਕਰੂਸ ਦਾ ਨਿਸ਼ਾਨ ਲਗਾਉਣੇ, ਚਰਚ ਵਿੱਚ ਲਗਾਉਣੇ ਆ, ਕੁਝ ਵੀ ਗਲਤ ਨਹੀਂ ਆ। ਜਿਸ ਤਰ੍ਹਾਂ ਅਸੀਂ ਵਚਨ ਲਗਾਉਣੇ, ਪੜ੍ਹਦੇ ਆ, ਕਰੂਸ ਨੂੰ ਵੇਖਦੇ ਆ, ਤੱਕਦੇ ਤੇ ਯਾਦ ਰੱਖਦੇ ਆ ਕਿ ਅਸੀਂ ਉਸ ਕੁਰਬਾਨੀ ਨੂੰ ਯਾਦ ਰੱਖੀਏ ਤੇ ਪਾਪਾਂ ਗੁਨਾਹਾਂ ਤੋਂ ਬਚੇ ਰਹੀਏ। ਹਾਲੇਲੂਇਆ, ਹਾਲੇਲੂਇਆ। ਅੱਜ ਕੱਲ ਦੇ ਮਸੀਹੀ ਜਿਹੜੇ ਕਰੂਸ ਨੂੰ ਇੰਨਾ ਕਰ ਦਿੱਤਾ, ਉਹ ਕਰੂਸ ਕਿੰਨਾ ਜ਼ਿਆਦਾ ਭਾਰੀ। ਹਾਲੇਲੂਇਆ, ਇੰਨਾ ਭਾਰੀ ਕਿ ਚੁੱਕਣਾ ਵੀ ਮੁਸ਼ਕਿਲ ਹੀ, ਪਰ ਫਿਰ ਵੀ ਪ੍ਰਭੂ ਯਿਸੂ ਮਸੀਹ ਨੇ ਚੁੱਕਿਆ ਸਾਡੇ ਕਰਕੇ। ਪਰ ਅੱਜ ਕੱਲ ਦੇ ਮਸੀਹਾਂ ਨੂੰ ਕਰੂਸ ਨੂੰ ਇੰਨਾ ਹਲਕਾ ਜਿਹਾ ਕਰ ਦਿੱਤਾ ਹੈ, ਇੰਨਾ ਹਲਕਾ ਜਿਹਾ ਕਰ ਦਿੱਤਾ। ਉਹ ਕਰੂਸ ਦੀ ਕੋਈ ਕੀਮਤ ਨਹੀਂ, ਲੱਖਾਂ ਕਰੋੜਾਂ ਵੀ ਲਗਾ ਲਓ, ਕਰੂਸ ਦੀ ਕੋਈ ਕੀਮਤ ਨਹੀਂ। ਪਰ ਅੱਜ 10-20 ਦਾ ਕਰੂਸ ਲੈ ਕੇ ਗਲੇ ਵਿੱਚ ਲਟਕਾਉਂਦੇ ਆ। ਕੀ ਪ੍ਰਭੂ ਯਿਸੂ ਮਸੀਹ ਇਹਦੇ ਨਾਲ ਖੁਸ਼ ਹੁੰਦੇ?
ਅੱਜ ਤੋਂ ਬਾਅਦ ਕਦੀ ਵੀ ਕਿਸੇ ਨੇ ਗਲੇ ਵਿੱਚ ਕਰੂਸ ਕਦੀ ਵੀ ਨਹੀਂ ਪਾਉਣਾ, ਕਦੀ ਵੀ ਨਹੀਂ ਪਾਉਣਾ। ਹਾਲੇਲੂਇਆ। ਕਰੂਸ ਨੂੰ ਅਸੀਂ ਯਾਦ ਰੱਖਣਾ ਹੈ, ਪਰ ਕਰੂਸ ਨੂੰ ਗਲੇ ਵਿੱਚ ਨਹੀਂ ਪਾਉਣਾ। ਹਾਲੇਲੂਇਆ 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 ਹਾਲੇਲੂਇਆ। ਹੁਣ ਆਵਾਂਗੇ ਇਸ ਨਿਸ਼ਾਨ ਦੇ। ਇਹ ਨਿਸ਼ਾਨ ਕਿਹੜਾ ਕੋਈ ਜਾਣਦਾ? ਇਹ ਨਿਸ਼ਾਨ ਨੂੰ ਧਿਆਨ ਨਾਲ ਦੇਖੋ। ਕਦੀ ਕਿਸੇ ਨੇ ਕਿਤੇ ਵੇਖਿਆ? ਕਿਸੇ ਨੇ ਵੇਖਿਆ? ਕਦੇ ਵੀ ਹੱਥ ਖੜਾ ਕਰੋ। ਕਿਸੇ ਨੇ ਵੇਖਿਆ? ਨਹੀਂ ਦੇਖਿਆ? ਦੇਖਿਆ ਕਿਤੇ ਦੇਖਿਆ? ਸਿੰਬਲ ਹੈ ਹਸਪੀਟਲ ਵਾਲਿਆਂ ਦਾ। ਹਾਲੇਲੂਇਆ ਹਾਲੇਲੂਇਆ। ਮੈਂ ਵੀ ਦੇਖਿਆ ਹੈ। ਮੈਂ ਜਦੋਂ ਦੇਖਿਆ ਤੇ ਮੈਨੂੰ ਬੜੀ ਖੁਸ਼ੀ ਹੋਈ। ਇਹ ਤਾਂ ਮੂਸਾ ਦਾ ਸੱਪ ਟੰਗਿਆ ਦਾ। ਹਾਲੇਲੂਇਆ ਹਾਲੇਲੂਇਆ। ਉਹ ਲੋਕਾਂ ਨੂੰ ਪਤਾ ਹੀ ਨਹੀਂ ਆ, ਸ਼ਾਇਦ ਕਈਆਂ ਨੂੰ ਪਤਾ ਵੀ ਹੈ, ਜਿਹੜੇ ਮਸੀਹ ਕ੍ਰਿਸਚੀਅਨ ਹਸਪੀਟਲ ਵੀ ਕਈ ਹੈਗੇ ਆ ਲੋਕਾਂ ਦੇ, ਮਸੀਹ ਲੋਕਾਂ ਦੇ, ਉਹ ਜਾਣਦੇ ਹੋਣਗੇ, ਪਰ ਬਹੁਤ ਸਾਰੇ ਲੋਕਾਂ ਨੂੰ ਨਹੀਂ ਵੀ ਪਤਾ ਹੋਗਾ। ਪਰ ਇਹ ਜਿਹੜਾ ਨਿਸ਼ਾਨ ਹੈ ਨਾ ਮੂਸਾ ਦਾ ਸੱਪ ਆ। ਹਾਲੇਲੂਇਆ। ਜਿਹੜਾ ਸੱਪ ਪਿੱਤਲ ਦਾ ਬਣਾ ਕੇ ਨਾ ਟੰਗਿਆ ਸੀ ਨਾ, ਇਹ ਉਹ ਨਿਸ਼ਾਨ ਬਣਾਉਂਦੇ ਆ ਕਿ ਜਦੋਂ ਮੂਸਾ ਦੇ ਉਹ ਸੱਪ ਵਾਲੇ ਦੇਖ ਕੇ ਲੋਕੀ ਬਚ ਜਾਂਦੇ ਨੇ ਜ਼ਿੰਦਗੀਆਂ ਤੋਂ। ਅੱਜ ਵੀ ਲੋਕੀ ਹਸਪੀਟਲਾਂ ਵਿੱਚ ਆਉਣ, ਇਹ ਨਿਸ਼ਾਨ ਨੂੰ ਵੇਖਣ, ਇਹ ਨਿਸ਼ਾਨ ਨੂੰ ਵੇਖਣ ਕਿ ਉਹ ਛੁਟਕਾਰਾ ਪਾ ਕੇ ਜਾਣ, ਉਹ ਬਿਮਾਰੀਆਂ ਤੋਂ ਚੰਗੇ ਹੋ ਕੇ ਜਾਣ, ਉਹ ਆਜ਼ਾਦ ਹੋ ਕੇ ਜਾਣ। ਉਹ ਭਾਵੇਂ ਮਰੇ ਹਾਲਾਤਾਂ ਵਿੱਚ ਹੋਏ, ਪਰ ਇਹ ਸੱਪ ਨੂੰ ਵੇਖ ਕੇ ਜ਼ਿੰਦਾ ਹੋ ਕੇ ਜਾਣ। ਹਾਲੇਲੂਇਆ ਹਾਲੇਲੂਇਆ। ਕਰਕੇ ਨਿਸ਼ਾਨ ਵੇਖੋ ਹੱਲੇ ਵੀ ਕੀ ਆ, ਹਸਪੀਟਲਾਂ ਦੇ ਬਾਹਰ ਹੈ। ਹਾਲੇਲੂਇਆ ਹਾਲੇਲੂਇਆ। ਇਹ ਨਿਸ਼ਾਨ ਤੇ ਵਿਸ਼ਵਾਸ ਹੈਗਾ ਆ ਕਿ ਇਹਦੇ ਵੱਲ ਵੇਖ ਕੇ ਕੀ ਕਰਦੇ ਆ? ਸ਼ਿਫਾ ਪਾਉਂਦੇ ਆ, ਬਿਮਾਰੀਆਂ ਤੋਂ ਚੰਗੇ ਹੁੰਦੇ ਆ, ਆਜ਼ਾਦ ਹੁੰਦੇ ਆ। ਜੇ ਮਰਦੇ ਹੁੰਦੇ ਤੇ ਜਿੰਦੇ ਹੋ ਕੇ ਜਾਂਦੇ ਆ। ਹਾਲੇਲੂਇਆ ਹਾਲੇਲੂਇਆ। ਪਰ ਜਿਹੜੇ ਅਸਲੀ ਮਸੀਹ ਲੋਕ ਆ ਨਾ, ਉਹਨੂੰ ਇਹ ਵਾਲੇ ਮੂਸਾ ਦੇ ਸੱਪ ਦੀ ਜ਼ਰੂਰਤ ਨਹੀਂ ਆ, ਉਹਨੂੰ ਇਹ ਵਾਲੇ ਕਰੂਸ ਦੀ ਜ਼ਰੂਰਤ ਨਹੀਂ ਆ। ਹਾਲੇਲੂਇਆ 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 ਹਾਲੇਲੂਇਆ। ਯਿਸੂ ਮਸੀਹ के नाम की जय, यीशु मसीह के लहू की जय। हालेलुया हालेलुया हालेलुया। वाले मूसा ਦੇ ਸੱਪ ਦੀ ਜ਼ਰੂਰਤ ਨਹੀਂ ਆ, ਸਾਨੂੰ ਕਿਹਦੀ ਜ਼ਰੂਰਤ ਆ? ਆਹ ਵਾਲੇ ਕਰੂਸ ਦੀ। ਹਾਲੇਲੂਇਆ ਹਾਲੇਲੂਇਆ। ਤੇ ਸਾਡਾ ਯਿਸੂ ਮਸੀਹ ਬਲੀਦਾਨ ਹੋਇਆ, ਜਿੱਥੇ ਸਾਡਾ ਪ੍ਰਭੂ ਯਿਸੂ ਮਸੀਹ ਕੁਰਬਾਨ ਹੋਇਆ। ਹਾਲੇਲੂਇਆ ਹਾਲੇਲੂਇਆ। ਸਾਨੂੰ ਉਹ ਕਰੂਸ ਨੇ ਉਹ ਸ਼ਿਫਾ, ਛੁਟਕਾਰਾ, ਬਰਕਤ, ਆਸ਼ੀਸ਼, ਮੁਕਤੀ ਤੋਂ ਨਿਜਾਤ ਨਹੀਂ ਦੇਣੀ, ਇਹ ਵਾਲੇ ਕਰੂਸ ਨੇ ਦੇਣੀ ਆ। ਹਾਲੇਲੂਇਆ ਹਾਲੇਲੂਇਆ। ਜਿਹੜੇ ਕਰੂਸ ਦੇ ਪ੍ਰਭੂ ਯਿਸੂ ਮਸੀਹ ਬਲੀਦਾਨ ਹੋਏ ਆ। ਕਈ ਕਲੀਨਿਕਾਂ ਵਿੱਚ ਵੀ ਵੇਖਿਆ ਨਾ, ਕਈ ਡਾਕਟਰ ਦੀਆਂ ਦੁਕਾਨਾਂ ਦੇ ਬਾਹਰ ਕੀ ਹੁੰਦਾ ਆ? ਦੇਖਿਆ ਕਈਆਂ ਨੇ ਇਸ ਤਰ੍ਹਾਂ ਪਲੱਸ ਦਾ ਨਿਸ਼ਾਨ, ਕਈ ਪੂਰਾ ਇਦਾਂ ਹੀ ਬਣਾ ਦਿੰਦੇ ਪਲੱਸ ਦਾ ਨਿਸ਼ਾਨ। ਵੇਖਿਆ ਨਾ? ਹਾਲੇਲੂਇਆ ਹਾਲੇਲੂਇਆ। ਡਾਕਟਰ ਕੋਲ ਜਾਂਦੇ ਨਾ ਸਾਰੇ, ਕਿਹੜਾ ਜਿਹੜਾ ਡਾਕਟਰ ਕੋਲ ਨਹੀਂ ਜਾਂਦੇ? ਸਾਰੇ ਜਾਂਦੇ ਆ, ਆਪਣੇ ਮਨ ਸਾਰੇ ਜਾਂਦੇ ਆ। ਹਾਲੇਲੂਇਆ ਹਾਲੇਲੂਇਆ। ਤੇ ਬੜੇ ਸਾਰੇ ਡਾਕਟਰਾਂ ਕਲੀਨਿਕ ਦੇ ਬਾਹਰ ਪਲੱਸ ਦਾ ਨਿਸ਼ਾਨ ਹੁੰਦਾ। ਜਿਹੜੇ ਐਂਬੂਲੈਂਸ ਹੁੰਦੇ ਉਹਨਾਂ ਤੇ ਪਲੱਸ ਦਾ ਨਿਸ਼ਾਨ ਹੁੰਦਾ ਹੈ। ਉਹ ਪਲੱਸ ਦਾ ਨਿਸ਼ਾਨ ਪਤਾ ਕੀ ਆ? ਪ੍ਰਭੂ ਯਿਸੂ ਮਸੀਹ ਦਾ ਕਰੂਸ ਹੈ। ਹਾਲੇਲੂਇਆ 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 ਹਾਲੇਲੂਇਆ। ਜਿਹੜਾ ਪ੍ਰਭੂ ਯਿਸੂ ਮਸੀਹ ਦਾ ਵਿਸ਼ਵਾਸ ਕਰੂਗਾ ਨਾ, ਉਹ ਠੀਕ ਹੋ ਜਾਊਗਾ। ਅੱਜ ਵੀ ਜਿਹੜੇ ਸੱਚੀ ਮੁੱਚੀ ਪ੍ਰਭੂ ਯਿਸੂ ਮਸੀਹ ਦਾ ਵਿਸ਼ਵਾਸ ਕਰਦੇ ਨੇ, ਉਹ ਕੀ ਹੋ ਜਾਂਦੇ ਆ? ਠੀਕ ਹੋ ਜਾਂਦੇ ਆ, ਚੰਗੇ ਹੋ ਜਾਂਦੇ, ਉਹਨਾਂ ਦੀ ਬਿਮਾਰੀਆਂ ਛੱਡ ਜਾਂਦੀਆਂ ਆ। ਹਾਲੇਲੂਇਆ 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 ਹਾਲੇਲੂਇਆ। ਜਿਹੜਾ ਕਿਤੇ ਵਿਸ਼ਵਾਸ ਕਰਦੇ ਆ? ਪ੍ਰਭੂ ਯਿਸੂ ਮਸੀਹ ਦੇ। ਪ੍ਰਭੂ ਯਿਸੂ ਮਸੀਹ ਦੇ ਜੇ ਵਿਸ਼ਵਾਸ ਕਰੀਏ ਤਾਂ ਸਭ ਕੁਝ ਹੋ ਸਕਦਾ। ਕਰੀਏ ਜੇ ਵਿਸ਼ਵਾਸ ਤਾਂ ਸਭ ਕੁਝ ਹੋ ਸਕਦਾ ਆ। ਪ੍ਰਭੂ ਦੇ ਬੜੇ ਬਚਨਾਂ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ, ਇਹ ਬੇਟੀ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸਾਡੇ ਆਪ ਦੁਆਵਾਂ ਕਰਦੇ ਆ ਕਿ ਅਸੀਂ ਚੰਗੇ ਕਰਦੇ ਆ, ਅਸੀਂ ਚੰਗੇ ਨਹੀਂ ਜੇ ਕਰਦੇ, ਸਾਡੇ ਕੋਲ ਕੁਝ ਨਹੀਂ ਜੇ, ਅਸੀਂ ਖਾਲੀ ਜੇ। ਹਾਲੇਲੂਇਆ ਹਾਲੇਲੂਇਆ। ਚੰਗਾ ਕਰਨ ਵਾਲਾ ਪ੍ਰਭੂ ਯਿਸੂ ਮਸੀਹ ਆ। कहते गवाही तेरी गवाही देना मेरा काम है, चंगाई देना यीशु तेरा काम है। हालेलुया हालेलुया। ਇਹ ਭੈਣ ਜਦੋਂ ਚਰਚ ਵਿੱਚ ਆਈ, ਜਦੋਂ ਪਹਿਲੇ ਦਿਨ ਆਈ, ਦੁਸ਼ਟ ਸ਼ਕਤੀਆਂ ਨਾਲ ਘਿਰੀ, ਜਦੋਂ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਗਈ, ਤੇ ਇਹਨਾਂ ਨੂੰ ਕੀ ਨਜ਼ਰ ਆਇਆ? ਕਿ ਸਿਸਟਰ ਜੀ ਹੱਥ ਤੁਹਾਡਾ ਨਹੀਂ, ਕਾਹਦਾ ਹੱਥ ਨਹੀਂ? ਪ੍ਰਭੂ ਯਿਸੂ ਮਸੀਹ ਦਾ ਹੱਥ। ਤੇ ਸ਼ੈਤਾਨ ਚੀਕਾਂ ਮਾਰਦਾ ਉਸੇ ਵੇਲੇ ਨਿਕਲਿਆ। ਤੇ ਉਦੋਂ ਤੋਂ ਅੱਜ ਤੱਕ ਪਰਮੇਸ਼ਰ ਨੇ ਭੈਣ ਨੂੰ ਕੀ ਕੀਤਾ ਆ? ਆਜ਼ਾਦ ਕੀਤਾ, ਚੰਗਿਆ ਕੀਤਾ। ਪਰ ਇਹ ਭੈਣ ਨੇ ਕੀ ਕੀਤਾ? ਵਿਸ਼ਵਾਸ। ਕੀ ਕੀਤਾ? ਵਿਸ਼ਵਾਸ। ਕੱਲਾ ਪ੍ਰਭੂ ਯਿਸੂ ਮਸੀਹ ਵਾਲੇ ਵੇਖਿਆ ਹੀ ਨਹੀਂ, ਕੀ ਕੀਤਾ? ਵਿਸ਼ਵਾਸ ਕੀਤਾ। ਉਸ ਸਮੇਂ ਪ੍ਰਭੂ ਨੇ ਦੁਸ਼ਟ ਸ਼ਕਤੀਆਂ ਤੋਂ ਆਜ਼ਾਦ ਕੀਤਾ। ਆਉਣ ਵਾਲੇ ਸਮੇਂ 'ਚ ਪਰਮੇਸ਼ਰ ਨੇ 48 mm ਦੀ ਰਸੋਲੀ ਤੋਂ ਆਜ਼ਾਦ ਕੀਤਾ ਹੈ। ਦੇਖੋ ਪਰਮੇਸ਼ਰ ਇਹਨੇ ਮਹਾਨ ਕੰਮ ਕਰਦਾ ਹੈ। ਪਰਮੇਸ਼ਰ ਨੇ ਰਸੋਲੀ ਨੂੰ ਕੱਢਿਆ, ਇੱਕ ਬੱਚੇ ਦੀ ਆਸ਼ੀਸ਼ ਦਿੱਤੀ। ਜਿਹੜੀ ਬੱਚੇ ਦੀ ਆਸ਼ੀਸ਼ ਹੋਣ ਵਿੱਚ ਰਸੋਲੀ ਕੀ ਦੀ ਇੱਕ ਰੁਕਾਵਟ, ਇੱਕ ਸ਼ਰਾਬ ਹੀ।
ਪ੍ਰਭੂ ਯਿਸੂ ਮਸੀਹ ਆਏ ਇਹਨਾਂ ਦੀ ਜ਼ਿੰਦਗੀ 'ਚ ਸ਼ਰਾਬ ਨੂੰ ਤੋੜਿਆ ਤੇ ਬਲੇਸਿੰਗ ਨੂੰ ਦਿੱਤਾ। ਹਾਲੇਲੂਇਆ ਹਾਲੇਲੂਇਆ। ਇਹ ਕੰਮ ਕਰਦਾ ਪਰਮੇਸ਼ਰ, ਪਰ ਕਿਹਦੇ ਜੀਵਨ 'ਚ? ਜਿਹੜਾ ਕੀ ਕਰਦਾ ਆ? ਵਿਸ਼ਵਾਸ ਕਰਦਾ ਆ। ਜਿਹੜਾ ਕੀ ਕਰਦਾ ਆ? ਵਿਸ਼ਵਾਸ ਕਰਦਾ ਆ। ਇੱਕ ਲੈ ਲਓ ਕਟੋਰਾ, ਲੈ ਲਓ, ਉਹਦੇ ਵਿੱਚ ਪਾਣੀ ਫਿਲ ਕਰ ਲਓ, ਪੂਰਾ ਭਰੋ ਕਟੋਰੇ ਨੂੰ, ਉਹ ਪਾਣੀ ਭਰਿਆ ਰਹੂਗਾ? ਜਵਾਬ ਦੋ, ਪਾਣੀ ਭਰਿਆ ਰਹੇਗਾ ਨਾ? ਡੁੱਲੇਗਾ ਤਾਂ ਨਹੀਂ? ਕਿਉਂ ਨਹੀਂ ਡੁੱਲੂਗਾ? ਕਿਉਂ? ਉਸ ਕਟੋਰੇ ਨੇ ਪਾਣੀ ਨੂੰ ਆਪਣੇ ਵਿੱਚ ਕੀ ਕੀਤਾ ਆ? ਕਵਰ ਕੀਤਾ ਹੈ, ਸੰਭਾਲਿਆ ਦਾ। ਪਰ ਉਹੀ ਕਟੋਰੇ ਵਿੱਚ ਛੇਕ ਹੋ ਜੇ ਤੇ ਪਾਣੀ ਬਚੇਗਾ? ਨਹੀਂ ਬਚੇਗਾ। ਪਾਣੀ ਕਿੱਥੇ ਜਾਏਗਾ? ਡੁੱਲ ਜਾਏਗਾ। ਛੇਕ ਪਾਣੀ ਲੀਕ ਹੋ ਜਾਏਗਾ। ਸਮਝਦੇ ਪਏ ਹੋ? ਜੇ ਸਾਡੇ ਵਿਸ਼ਵਾਸ ਵਿੱਚ ਛੇਕ ਆ, ਕਮੀ ਆ, ਤੇ ਉਹ ਬਰਕਤ ਡੁੱਲਦੀ ਜਾਏਗੀ, ਉਹ ਟਿਕੂਗੀ ਨਹੀਂ। ਪ੍ਰਭੂ ਤੇ ਬਰਕਤ ਦਿੰਦਾ ਆ, ਪਰ ਸਾਨੂੰ ਲੈਣੀ ਨਹੀਂ ਆਉਂਦੀ, ਸਾਨੂੰ ਲੈਣੀ ਨਹੀਂ ਆਉਂਦੀ। ਹਾਲੇਲੂਇਆ ਹਾਲੇਲੂਇਆ। ਕਿੰਨੇ ਲੋਕਾਂ ਨੂੰ ਕਈ ਕੁਝ ਕਿਹਾ ਜਾਂਦਾ, ਪਰ ਉਹ ਮੰਨਦੇ ਨਹੀਂ, ਵਿਸ਼ਵਾਸ ਨਹੀਂ ਕਰਦੇ। ਕਈ ਲੋਕ ਕੰਜੂਸੀ ਕਰਦੇ, ਆਪਣੇ ਘਰ 'ਚ ਬੰਦਗੀ ਨਹੀਂ ਕਰਵਾਉਂਦੇ। ਕਿ ਅਸੀਂ ਜਾਣਦੇ ਆ? ਵਿਸ਼ਵਾਸ ਕਰੋ, ਪਰਮੇਸ਼ਰ ਜਾਣਦੇ ਆ, ਤੇ ਪਰਮੇਸ਼ਰ ਆਪਣਾ ਕੰਮ ਕਰਕੇ ਆਉਂਦੇ ਆ। ਤੇ ਅਸੀਂ ਜਾ ਕੇ ਕਿਸੇ ਲਈ ਮਾੜਾ ਸੋਚਦੇ ਆ? ਜਿਹੜੀਆਂ ਦੁਆਵਾਂ ਨੇ ਕਰਨ ਨੂੰ ਕਿਹਾ ਵੀ ਹੁੰਦਾ, ਉਹ ਵੀ ਇਸ ਸਮੇਂ ਤੇ ਆਉਣ ਲਈ ਪਹਿਲਾਂ ਹੀ ਦੁਆਵਾਂ ਕਰਕੇ ਆ ਜਾਂਦੇ ਆ। ਹਾਲੇਲੂਇਆ ਹਾਲੇਲੂਇਆ। ਦੁਆਵਾਂ ਕਰਦੇ ਆ ਬਰਕਤ ਦੀਆਂ, ਆਸ਼ੀਸ਼ ਦੀਆਂ, ਸੁੱਖ ਦੀਆਂ, ਸ਼ਾਂਤੀ ਦੀਆਂ, ਭਲਾ ਹੀ ਮੰਗ ਕੇ ਆਉਂਦੇ ਆ। ਤੇ ਭਲਾ ਸਾਡੇ ਕੋਲੋਂ ਕੌਣ ਮੰਗਵਾਉਂਦਾ? ਪ੍ਰਭੂ ਯਿਸੂ ਮਸੀਹ। ਹਾਲੇਲੂਇਆ ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਕਹਿੰਦਾ ਕਿਸੇ ਦਾ ਮਾੜਾ ਨਾ ਸੋਚੋ, ਆਪਣੇ ਦੁਸ਼ਮਣਾਂ ਲਈ ਵੀ ਪ੍ਰਾਰਥਨਾ ਕਰੋ। ਤੇ ਕੀ ਗੱਲ, ਜੇ ਸਾਡੇ ਲਹੂ ਦੇ ਖਰੀਦੇ ਪ੍ਰਭੂ ਯਿਸੂ ਮਸੀਹ ਦੇ ਲੋਕ, ਸਾਡੇ ਮਸੀਹੀ ਭੈਣ ਭਰਾ ਆ, ਉਹਨਾਂ ਲਈ ਅਸੀਂ ਦੁਆਵਾਂ ਨਾ ਕਰਦੇ ਹਾਂ। ਹਾਲੇਲੂਇਆ ਹਾਲੇਲੂਇਆ। ਪਰ ਨਹੀਂ ਵੀ ਸਕਦੇ ਤਾਂ ਵੀ ਰਾਤ ਰਾਤ ਬਹਿ ਕੇ ਵੀ ਕੀ ਕਰਦੇ ਆ? ਦੁਆਵਾਂ ਕਰਦੇ ਆ। ਕੀ ਕਰਦੇ ਆ? ਦੁਆਵਾਂ ਕਰਦੇ ਆ, ਕਿਉਂਕਿ ਸਾਡਾ ਫਜ਼ਲ ਆ, ਸਾਡਾ ਫਰਜ਼ ਹੈ। ਪਰਮੇਸ਼ਰ ਨੇ ਫਜ਼ਲ ਆਪਣਾ ਬਣਾ ਕੇ ਰੱਖਿਆ ਆ। ਹਾਲੇਲੂਇਆ 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 ਹਾਲੇਲੂਇਆ। ਲਾਸਟ ਵਚਨ ਪੜਾਂਗੇ ਯਹੂਨਾ ਦੀ ਅੰਜੀਲ 1 ਅਧਿਆਇ ਉਹਦਾ 29 ਵਚਨ। ਯਹੂਨਾ 1 ਦਾ 29। समझ आ रही वचन की सब लोग? यूहन्ना 1 का 29। दूसरे दिन उसने यीशु को अपनी ओर आते देखकर कहा, देखो ये परमेश्वर का मेमना है जो जगत के पाप हरता है। पंजाबी छोड़ दे, पढ़ियो पंजाबी जिन्हें मिले पढ़। दूजे दिन यीशु ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਸਨੇ ਆਖਿਆ, ਦੇਖੋ ਪਰਮੇਸ਼ਵਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇੱਥੇ ਕਿੰਨੇ ਵੇਖਿਆ? ਯਹੂਨਾ ਨੇ ਪ੍ਰਭੂ ਯਿਸੂ ਮਸੀਹ ਨੂੰ ਜਦੋਂ ਆਪਣੇ ਵੱਲ ਆਉਂਦਾ ਵੇਖਿਆ ਤੇ ਯਹੂਨਾ ਨੇ ਕੀ ਕਿਹਾ? ਵੇਖੋ ਪਰਮੇਸ਼ਵਰ ਦਾ ਲੇਲਾ। ਕਿਹਦਾ ਲੇਲਾ? ਪਰਮੇਸ਼ਵਰ ਦਾ ਲੇਲਾ ਆ, ਮੇਮਣਾ ਜਿਹੜੇ ਸਾਰੇ ਜਗਤ ਦਾ ਪਾਪ ਚੁੱਕ ਕੇ ਲੈ ਜਾਂਦਾ ਆ। ਇਹ ਉਹ ਮੇਮਣਾ ਆ, ਉਹ ਕੁਰਬਾਨੀ ਆ ਪ੍ਰਭੂ ਯਿਸੂ ਮਸੀਹ ਨੇ ਆਪਣੀ ਦਿੱਤੀ, ਜਿਹਨੇ ਸਾਰੇ ਜਗਤ ਦਾ ਪਾਪ ਚੁੱਕਿਆ ਹੈ। ਸਾਰੇ ਜਗਤ ਦਾ ਪਾਪ ਚੁੱਕਿਆ। ਸਾਡੇ ਕੋਲ ਤੇ ਇੱਕ ਦਾ ਪਾਪ ਨਹੀਂ ਚੁੱਕਿਆ ਜਾਂਦਾ। ਇਹਦੀ ਗੱਲ ਪਤਾ ਲੱਗ ਜੇ ਨਾ, ਢਿੱਡ 'ਚ ਕੀ ਹੋਣੀ? ਪੀੜ ਹੋਣੀ ਸ਼ੁਰੂ ਹੋ ਜਾਂਦੀ, ਜਿੰਨੀ ਦੇਰ ਤੱਕ ਗੱਲ ਬਾਹਰ ਨਾ ਨਿਕਲੇ। ਹਾਲੇਲੂਇਆ 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 ਹਾਲੇਲੂਇਆ। ਢਿੱਡ 'ਚ ਪਤਾ ਨਹੀਂ ਕੀ ਹੋਈ ਜਾਂਦਾ, ਛੇਤੀ ਨਾਲ ਬਾਹਰ ਕੱਢਦਾ ਜਾਇਆ ਨਹੀਂ ਜਾਂਦਾ। ਤੂੰ ਮੋਣੀ ਚੁੱਕ ਕੇ ਬੁਲਾਵਾ, ਉਹਨੂੰ ਦੱਸਾਂ ਨੇ ਆਹ ਕਰਤੂਤ ਕੀਤੀ, ਇਹਨੇ ਆਹ ਕੀਤਾ। ਹਾਲੇਲੂਇਆ ਹਾਲੇਲੂਇਆ। ਨਹੀਂ ਸਾਡੇ ਕੋਲ ਰੋਟੀ ਭਾਵੇਂ ਪਚ ਜੇ, ਪਰੌਂਠੇ 4-4 ਪਚ ਜਾਣ, ਸਮੋਸੇ ਪਚ ਜਾਣ, ਪਰ ਇਹ ਜਿਹੀਆਂ ਗੱਲਾਂ ਨਹੀਂ ਪਚਦੀਆਂ। ਪਰ ਇਹ ਗੱਲਾਂ ਨੂੰ ਕੀ ਕਰਨਾ ਹੈ? ਪਚਾਉਣਾ ਹੈ। ਪ੍ਰਭੂ ਯਿਸੂ ਮਸੀਹ ਕਹਿੰਦੇ ਇੱਕ ਦੂਜੇ ਦਾ ਭਾਰ ਨੂੰ ਕੀ ਕਰੋ? ਉਠਾਓ। ਇੱਕ ਦੂਜੇ ਦੇ ਭਾਰ ਨੂੰ ਉਠਾਓ। ਅਸੀਂ ਇੱਕ ਦੂਜੇ ਦੀ ਬਰਕਤ ਦਾ ਕਾਰਨ ਬਣਾਇਆ, ਬਰਕਤ ਦਾ ਕਾਰਨ ਬਣਨਾ। ਪ੍ਰਭੂ ਯਿਸੂ ਮਸੀਹ ਕਹਿੰਦੇ ਇੱਕ ਦੂਜੇ ਦੀ ਕੀ ਬਣੋ? ਉન્નਤੀ ਦਾ ਕਾਰਨ। ਇੱਕ ਦੂਜੇ ਦੀ ਤਰੱਕੀ ਬਣੋ, ਇੱਕ ਦੂਜੇ ਦਾ ਜਾਂ ਹੌਸਲਾ ਦਿਓ। ਕੋਈ ਇਨਸਾਨ ਇਹੋ ਜਿਹਾ ਨਹੀਂ ਜਿਹਦੇ ਕੋਲ ਕਦੀ ਕੋਈ ਪਾਪ ਨਹੀਂ ਹੋਇਆ। ਹਾਲੇਲੂਇਆ ਹਾਲੇਲੂਇਆ। ਕੋਈ ਇਨਸਾਨ ਇਹੋ ਜਿਹਾ ਨਹੀਂ ਜਦੋਂ ਕਿਸੇ ਕੋਲ ਵੀ ਕੋਈ ਗੁਨਾਹ ਨਹੀਂ ਹੋਇਆ। ਸਾਰਿਆਂ ਕੋਲ ਹੋਇਆ। ਅਸੀਂ ਪਾਪੀ ਆ, ਮਹਾ ਪਾਪੀ ਮੈਂ। ਕਦੇ ਤੇ ਧਿਆਈ ਪ੍ਰਭੂ ਦੀ ਹਜ਼ੂਰੀ ਵਿੱਚ ਅੱਜ ਪਹੁੰਚੇ ਆ। ਪਰਮੇਸ਼ਰ ਕਿੰਨਾ ਦੇ ਲਈ ਆਇਆ? ਪਾਪੀਆਂ। ਕਿੰਨਾ ਦੇ ਲਈ ਆਇਆ? ਪਾਪੀਆਂ ਦੇ ਲਈ। ਪ੍ਰਭੂ ਯਿਸੂ ਮਸੀਹ ਪਾਪੀਆਂ ਦੇ ਲਈ, ਸਾਡੇ ਲਈ ਆਇਆ ਪਰਮੇਸ਼ਰ। ਤੇ ਸਾਨੂੰ ਪਰਮੇਸ਼ਰ ਨੇ ਕੀ ਬਣਾਤਾ? ਪਾਪੀ ਤੋਂ ਧਰਮੀ। ਕਾਹਦੇ ਨਾਲ? ਕੀਮਤ ਲਈ? ਕੋਈ ਕੀਮਤ ਲਈ ਪ੍ਰਭੂ ਯਿਸੂ ਮਸੀਹ ਨੇ? ਕੋਈ ਪੈਸੇ ਲਏ? ਪ੍ਰਭੂ ਨੇ ਕਿਹਾ ਤੇ ਪਹਿਲਾਂ 50,000 ਜਮ੍ਹਾਂ ਕਰਾਓ, ਫੇਰ ਤੁਹਾਡੀ ਤੋਬਾ ਹੋਊਗੀ। ਕਿਹਾ ਪ੍ਰਭੂ ਯਿਸੂ ਮਸੀਹ ਨੇ? ਅਸੀਂ ਤੁਹਾਨੂੰ ਕਿਹਾ 50,000 ਪਹਿਲਾਂ ਫਾਰਮ ਭਰੋ, ਫੇਰ ਤੁਹਾਡੀ ਤੋਬਾ ਹੋਊਗੀ, ਫੇਰ ਤੁਹਾਡੇ ਪਾਪ ਬਖਸ਼ੇ ਜਾਣਗੇ। ਕਿੱਦਾਂ ਹੋਏ? ਫ੍ਰੀ। ਪ੍ਰਭੂ ਯਿਸੂ ਮਸੀਹ ਨੇ ਆਪਣਾ ਲਹੂ ਬਹਾਇਆ ਤੇ ਪ੍ਰਭੂ ਯਿਸੂ ਮਸੀਹ ਨੇ ਫ੍ਰੀ ਵਿੱਚ ਸਾਨੂੰ ਧਰਮੀ ਠਹਿਰਾਇਆ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਹ ਵੀ ਜੇ ਪਾਪ ਕਰੀਏ ਫਿਰ ਪਰਮੇਸ਼ਰ ਦੇ ਕਰੂਸ ਨੂੰ ਕੀ ਕਰਦੇ ਆ? ਨਹੀਂ ਵੇਖਦੇ।
ਜੇ ਪ੍ਰਭੂ ਦੇ ਕਰੂਸ ਨੂੰ ਵੇਖੀਏ, ਮਤਲਬ ਉਹ ਸਟੋਰੀ ਨੂੰ ਯਾਦ ਕਰੀਏ, ਉਹ ਦਿਨਾਂ ਨੂੰ ਯਾਦ ਕਰੀਏ ਜਦ ਪ੍ਰਭੂ ਯਿਸੂ ਮਸੀਹ ਨੇ ਇਹ ਹਾਲਾਤਾਂ ਵਿੱਚੋਂ ਗੁਜ਼ਰੇ, ਤਾਂ ਸਾਡਾ ਪਾਪ ਕਰਨ ਨੂੰ ਦਿਲ ਨਹੀਂ ਕਰਦਾ। ਜੇ ਸਾਡਾ ਪ੍ਰਭੂ ਯਿਸੂ ਮਸੀਹ ਨਾਲ ਪਿਆਰ ਹੋਗਾ ਤਾਂ ਸਾਡਾ ਪਾਪ ਕਰਨ ਨੂੰ ਦਿਲ ਨਹੀਂ ਕਰਦਾ। ਜੇ ਅਸੀਂ ਪਾਪ ਕਰਦੇ ਆ ਨਾ, ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਨਾਲ ਪਿਆਰ ਸਾਡਾ ਕੀ ਆ, ਘੱਟ ਆ। ਨਹੀਂ ਤਾਂ ਉਹਦਾ ਪਿਆਰ ਸਾਨੂੰ ਰੋਕਦਾ ਆ, ਨਾ ਮੇਰੀ ਬੇਟੀ ਨਾ ਮੇਰੇ ਬੇਟੇ ਇਹ ਕੰਮ ਨਾ ਕਰ। ਹਾਲੇਲੂਇਆ, ਹਾਲੇਲੂਇਆ। ਇੱਕ ਮਾਂ ਪਿਓ ਰੋਕਦਾ ਨਾ ਆਪਣੇ ਬੱਚਿਆਂ ਨੂੰ ਕਿ ਗਲਤ ਰਸਤੇ ਤੇ ਨਹੀਂ ਜਾਣਾ, तो भी साडा पाप रोकदा है कि गलत रस्ते ते नहीं जाना। गलत रस्ते ते जाना साडा की आ, नुकसान है। साडा की आ, नुकसान है। परमेश्वर कदी नहीं चाहता दे बच्चों का की होवे नुकसान। प्रभु चाहता उन्हां दा भला ही होवे, उन्हां नूं बरकत मिले, उन्हां नूं आशीष मिले। हालेलुया, हालेलुया। उन प्रभु दा दास पौलुस सी, वो कहंदा मैं अपने आप नूं कित्ते चढ़ाता क्रूस ते। हालेलुया, हालेलुया। कहंदा मैं अपने आप नूं सलीब ते चढ़ाता आ कि प्रभु यीशु मसीह जेड़ा पौलुस सी परमेश्वर दा दास, वो जाके क्रूस ते चढ़ गया होगा। इस तरह ऐसा नहीं चढ़िया, उन्हें अपनी शरीरकता नूं, अपनी सारियां इच्छावां नूं कित्ते चढ़ाया, क्रूस ते। जो जो उन्हें चंगा लगता सारियां चीज़ां नूं कित्ते चढ़ाता है, क्रूस ते। पर असीं नहीं चढ़ाउंदे, तां ही साडे कोल की होंदे आ, पाप हो जांदे, गुनाह हो जांदे। ओही इच्छावां सानूं की दिंदियां आ। हालेलुया, हालेलुया। पर पौलुस दे वांगू अज असीं निश्चय लेना है कि असीं भी अपनी सारियां इच्छावां नूं, सारे गुनाहां नूं कित्ते चढ़ाउणा आ, क्रूस ते। कित्ते चढ़ाउणा आ, क्रूस ते। तुसीं विश्वास करदे कि अज भी प्रभु यीशु मसीह साडे विच इत्थे की आ, मौजूद है। की आ, मौजूद है। अज अपने सारी जो भी गुनाह आ, पाप आ, उन्हां नूं कित्ते चढ़ा देना है, क्रूस ते। हालेलुया, हालेलुया। पौलुस कहंदा भी अपने आप नूं क्रूस ते चढ़ाया। अज ਜਿਹੜੇ ਗੁਨਾਹ ਸਾਡੇ ਜੀਵਨ ਵਿੱਚ ਸ਼ਰਾਪ ਲੈ ਕੇ ਆਉਂਦੇ ਆ, ਉਹ ਸਾਰੇ ਗੁਨਾਹਾਂ ਨੂੰ ਅੱਜ ਅਸੀਂ ਕ੍ਰੂਸ ਤੇ ਚੜਾਉਣਾ। ਹਾਲੇਲੂਇਆ, ਹਾਲੇਲੂਇਆ। ਸਾਡੇ ਤੇ ਸਜ਼ਾਵਾਂ ਹੁੰਦੀਆਂ ਨਾ, ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ, ਇਹੋ ਜਿਹੇ ਹਾਲਾਤ ਹੁੰਦੇ ਜਿਨ੍ਹਾਂ ਵਿੱਚੋਂ ਨਿਕਲਣਾ ਕੀ ਹੋਏਗਾ, ਮੁਸ਼ਕਿਲ ਹੋਏਗਾ। ਉਹ ਸਾਡੇ ਆਪਣੇ ਹੀ ਕਾਰਨ ਹੁੰਦੇ ਆ। ਪਰਮੇਸ਼ਰ ਨਹੀਂ ਚਾਹੁੰਦੇ ਸਾਡੇ ਤੇ ਅਜਿਹੇ ਵਿਪਤਾ ਹੋਣ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਬੁਰੀਆਂ ਗੱਲਾਂ ਵਿੱਚ ਸਾਨੂੰ ਨਹੀਂ ਪਰਖਦਾ। ਪ੍ਰਭੂ ਬੁਰੀਆਂ ਗੱਲਾਂ ਵਿੱਚ ਸਾਨੂੰ ਨਹੀਂ, ਮਾੜੀਆਂ ਗੱਲਾਂ ਵਿੱਚ ਨਹੀਂ ਪਰਖਦਾ ਪਰਮੇਸ਼ਰ। ਜੇ ਪਰਖਦਾ ਕਿ ਪ੍ਰਭੂ ਦਾ ਪਰਖਣਾ ਕੁਝ ਹੋ ਰਿਹਾ, ਪਰ ਇਹ ਖੁਦ ਹੀ ਆਪਣੀ ਜੀਵਨ ਵਿੱਚ ਕੀ ਲੈ ਕੇ ਆਉਂਦੇ ਆ, ਪਰਖ ਲੈ ਕੇ ਆਉਂਦੇ ਆ। ਦੱਸਣਾ ਕਟੋਰੇ 'ਚ ਜੇ ਛੇਕ ਆ ਤੇ ਕੀ ਹੋ ਜਾਊਗਾ, ਲੀਕ ਹੋ ਜਾਊਗਾ ਪਾਣੀ। ਜੇ ਸਾਡੇ ਜੀਵਨ ਵਿੱਚ ਛੇਕ ਆ, ਕਮੀ ਆ, ਗੁਨਾਹ ਆ, ਤੇ ਸਾਡੀ ਬਰਕਤ ਕੀ ਹੋ ਜਾਊਗੀ, ਚਲੇ ਜਾਏਗੀ। ਹਾਲੇਲੂਇਆ, ਹਾਲੇਲੂਇਆ। ਅੱਜ ਤੋਂ ਬਾਅਦ ਜਿਹੜਾ ਵੱਡੀ ਸਾਡੀ ਕਮੀ ਆ, ਗੁਨਾਹ ਆ, ਗਲਤੀ ਆ ਕਿ ਪਰਮੇਸ਼ਰ ਦੀ ਹਜ਼ੂਰੀ ਵਿੱਚ ਅਸੀਂ ਲੇਟ ਆਉਂਦੇ ਆ। ਕੀ ਹੁੰਦੇ ਆ, ਲੇਟ ਆਉਂਦੇ ਆ। ਅੱਜ ਤੋਂ ਬਾਅਦ ਅਸੀਂ ਕੀ ਕਰਨਾ ਆ, ਜਲਦੀ ਆਉਣਾ। ਕੀ ਹੋਣਾ ਆ, जल्दी होना, पूरे समय से रहना। घर के बर्तन नहीं साफ हुए तो कोई गल नहीं, जाके जल्दी। जब पोचे नहीं बजे नहीं सफाई हुई तो कोई गल नहीं, जाके जल्दी। पर इत्थों की सफाई करनी बहुत ज्यादा जरूरी है। इत्थों का टाइम निकल गया ना, फिर गंदगी लेके ना चलना। हालेलुया, 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 हालेलुया। समझ आया सब लोग? मूसा भी कड़ी रोटी खाता ही, निकम्मी नहीं सी। हालेलुया। मूसा भी वही रोटी खाता है जेडे 32 लाख लोग खाते। गलती ना होता, मेरे को भी कई बार मुंह भी कुछ निकलिया है। हालेलुया, हालेलुया। वो रोटी वधिया सी। परमेश्वर ने जदों लोकां ने कहना सानू पानी दे दे, प्रभु ने चट्टान तो पानी दिता। जदों लोकां ने कहना सानू मीट दे, प्रभु ने वो भी दिता। ते मूसा नूं भी ओदे नाल मिलदा है। मूसा नूं कोई वखरा मीट दा खाना नहीं मिलदा रोज, वो भी वही रोटी खाता है। पर वो रोटी निकम्मी नहीं, रोटी बहुत बेस्ट है। रोटी कितों होंदी, स्वर्ग तो होंदी। हालेलुया, 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 हालेलुया। जेडी रोटी परमेश्वर दिंदा ना, वो की हुंदी आ, बेस्ट। आज जेडी रोटी दिंदी परमेश्वर ने, केड़ी रोटी दिंदी आ, बेस्ट। जेडी रोटी सानू की दिंदी आ, जीवन दिंदी है। हालेलुया, हालेलुया। जेडी रोटी सानू की दिंदी आ, जीवन दिंदी है। वो रोटी उन्हां नूं मिलदी ते उन्ने समय नूं जींदे रहंदे, जिन्नी उन्हां दी जिंदगी उन्हां नूं मिली रोटी खांदे खांदे। पर अज जो रोटी परमेश्वर सानू दिंदे आ ना, कि ਅਸੀਂ ਤਿੰਨਾਂ ਟਾਈਮਾਂ ਵਿੱਚੋਂ ਇੱਕ ਟਾਈਮ ਰੋਟੀ ਖਾ ਲਈਏ, ਮਰਾਂਗੇ ਨਹੀਂ। ਪਰ ਇਹ ਬਚਨ ਦੀ ਰੋਟੀ ਖਾਵਾਂਗੇ ਨਾ, ਅਸੀਂ ਸਦਾ ਜਿੰਦੇ ਰਹਾਂਗੇ। ਹਾਲੇਲੂਇਆ, 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 ਹਾਲੇਲੂਇਆ। ਤੇ ਜਿਹੜਾ ਕਰੂਸ ਹੈ ਉਹਦੇ ਵਿੱਚ ਅਸੀਂ ਤੱਕਦੇ ਰਹਿਣਾ ਹੈ। ਸਿੱਧ ਕਰਨ ਵਾਲੇ ਪ੍ਰਭੂ ਯਿਸੂ ਮਸੀਹ ਦੀ ਵੱਲ ਤੱਕਦੇ ਰਹਿਣਾ ਹੈ, ਜਿਹੜਾ ਸੰਪੂਰਨ ਆ, ਜਿਹੜਾ ਸਾਨੂੰ ਸਿੱਧ ਕਰਨ ਵਾਲਾ ਹੈ। ਉਹਦੇ ਕਰੂਸ ਵੱਲ ਨਿਹਾਰਦੇ ਰਹਿਣਾ ਹੈ। ਤੇ ਜਿਹੜੇ ਸਾਡੇ ਪਾਪਾਂ ਦੇ ਜਿਹੜੇ ਸ਼ਰਾਪ ਆ, ਸਾਡੇ ਦੇ ਗੁਨਾਹਾਂ ਦੇ ਕਰਕੇ ਆਏ, ਉਹ ਸ਼ਰਾਪਾਂ ਨੂੰ ਅੱਜ ਤੋੜਨਾ ਹੈ। ਉਹ ਗੁਨਾਹਾਂ ਨੂੰ ਅਸੀਂ ਮੰਨਣਾ ਹੈ, अपनी कमी ने, अपनी गलती ਨੂੰ ਕੀ ਕਰਨਾ ਆ, ਮੰਨਣਾ ਆ ਤੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਚੜਾ ਕੇ ਰਹਿਣਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜਿਸ ਤਰ੍ਹਾਂ ਪਹਿਲਾਂ ਕੀ ਹੁੰਦਾ ਸੀ, ਮਿਲਾਪ ਦੇ ਤੰਬੂ ਵਿੱਚ ਭੇਟਾਂ ਚੜਾਈਆਂ ਜਾਂਦੀਆਂ ਸੀ ਨਾ,
ਹਾਲੇਲੂਇਆ। ਹਾਲੇਲੂਇਆ। ਅੱਜ ਵੀ ਤੁਸੀਂ ਆਪਣੀਆਂ ਜਿਹੜੇ ਮੂੰਹੋਂ ਬਲੀਦਾਨ ਜਿਹੜੇ ਨਾ ਅੰਗੀਕਾਰ ਕਰ ਕਰਕੇ ਚੜਾ ਕੇ ਜਾਓ, ਜਿਹੜੇ ਆਪਣੇ ਪਾਪ ਦੀਆਂ ਬਲੀਦਾਨ ਭੇਟਾਂ ਭੇਜਦੇ ਵਿਚਾਚਕ ਦੇ ਥਰੂ ਅੱਜ ਪ੍ਰਭੂ ਨੇ ਤੁਹਾਨੂੰ ਸਿੱਧਾ ਅਧਿਕਾਰ ਦਿੱਤਾ ਮੇਰੇ ਦੀ ਪਵਿੱਤਰ ਸਥਾਨ ਵਿੱਚ।